ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਹੈ ਜੀ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੁਨੀਆ ਜੀ ਸਾਡੇ ਨਾਲ ਹੁੰਦੇ ਨੇ, ਜਿਹੜੇ ਭਾਰਤ ਦੇ ਵਿੱਚ ਨੈਸ਼ਨਲ ਖਬਰਾਂ ਦੇ ਨਾਲ ਵਾਬਸਤਾ ਰਹਿੰਦੇ ਨੇ ਅਤੇ ਅੱਜ ਦੇ ਦਿਨ ਦੀਆਂ ਮਹੱਤਵਪੂਰਨ ਖਬਰਾਂ ਜਿਹੜੀਆਂ ਕਿ ਸਾਰਾ ਦਿਨ ਸੁਰਖੀਆਂ ਬਣੀਆਂ ਰਹੀਆਂ, ਉਹਨਾਂ ਦੀ ਮਹੱਤਤਾ ਤੇ ਉਹਨਾਂ ਦਾ ਵਿਸ਼ਲੇਸ਼ਣ ਤੁਹਾਡੇ ਲਈ ਸਾਹਮਣੇ ਰੱਖਦੇ ਨੇ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਅੱਜ ਦੀਆਂ ਜਿਹੜੀਆਂ ਮੁੱਖ ਖਬਰਾਂ ਨੇ ਉਹਨਾਂ ਤੇ ਚਾਨਣਾ ਪਾਵਾਂਗੇ। ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ ਗੁਰਪ੍ਰੀਤ, ਸਤਿ ਸ੍ਰੀ ਅਕਾਲ ਜੀ। ਸੋ ਅੱਗੇ ਚਲੀਏ, ਆਪਾਂ ਸਭ ਤੋਂ ਪਹਿਲੀ ਖਬਰ ਦਾ ਜ਼ਿਕਰ ਕਰੀਏ ਤਾਂ ਪਿਛਲੇ 2-3 ਦਿਨਾਂ ਤੋਂ ਬੜਾ ਰੌਲਾ ਪਿਆ ਹੋਇਆ ਸੀ ਕਿ C-17 ਜਹਾਜ਼ ਭਾਰਤ ਵੱਲ ਆ ਰਿਹਾ ਹੈ ਅਮਰੀਕਾ ਤੋਂ, ਜਿਸ ਦੇ ਵਿੱਚ ਡਿਪੋਰਟ ਕੀਤੇ ਹੋਏ 205 ਦੇ ਕਰੀਬ ਇਲੀਗਲ ਇਮੀਗ੍ਰੈਂਟਸ ਨੇ। ਪਰ ਜਦੋਂ ਭਾਰਤ ਪਹੁੰਚਦੇ ਨੇ ਤਾਂ ਸੂਚੀ 104 ਦੀ ਰਹਿ ਜਾਂਦੀ ਹੈ। ਪਰ ਹੁਣ ਜਿਹੜੀ ਗੱਲ ਆਪਾਂ ਕਰਨੀ ਹੈ ਉਹ ਉੱਥੋਂ ਦੇ ਅਮਰੀਕਾ ਦੇ ਬਾਰਡਰ ਪੈਟਰੋਲ ਦੇ ਇੱਕ ਚੀਫ ਦੇ ਵੱਲੋਂ ਪਾਏ ਗਏ ਐਕਸ ਦੇ ਉੱਪਰ ਟਵੀਟ ਦੀ ਹੈ, ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ ਤੇ ਉਹਨਾਂ ਨੇ ਏਲੀਅਨਸ ਤੱਕ ਆਖਿਆ ਹੈ ਭਾਰਤੀਆਂ ਨੂੰ। ਇਸ ਤੇ ਜ਼ਰਾ ਚਾਨਣਾ ਪਾਓ। ਬੇੜੀਆਂ ਲੱਗੀਆਂ ਹੋਣੀਆਂ ਅਤੇ ਪੈਰਾਂ ਦੇ ਹੱਥਾਂ ਦੇ ਵਿੱਚ ਵੀ ਹੱਥਕੜੀਆਂ ਹੋਣੀਆਂ। ਮਨੁੱਖੀ ਐਂਗਲ ਤੋਂ ਜ਼ਰਾ ਇਸ ਨੂੰ ਕਿਵੇਂ ਦੇਖਦੇ ਹੋ, ਸਾਰੀ ਜ਼ਿਕਰ ਕਰਿਓ ਜੀ। ਦੇਖੋ ਗੁਰਪ੍ਰੀਤ, ਜਿਵੇਂ ਜਿਹੜੇ ਯੂਐਸ ਬਾਰਡਰ ਪੈਟਰੋਲ ਦੇ ਚੀਫ ਹੈਗੇ ਆ, ਉਹਨਾਂ ਦਾ ਜਿਹੜਾ ਟਵੀਟ ਹੈ, ਉਹਨਾਂ ਨੇ ਇਹਨਾਂ ਨੂੰ ਨਾਗਰਿਕ ਜਾਂ ਮਨੁੱਖ ਕਹਿ ਕੇ ਸੰਬੋਧਿਤ ਨਹੀਂ ਕੀਤਾ, ਇਹਨਾਂ ਨੂੰ ਏਲੀਅਨ ਕਿਹਾ, ਇੰਡੀਅਨ ਏਲੀਅਨਸ ਇਹ ਸ਼ਬਦ ਵਰਤਿਆ ਹੈ। ਇੱਕ ਖਾਸਾ ਡੈਰੋਗੇਟਰੀ ਸ਼ਬਦ ਹੈ। ਉਹਨਾਂ ਨੂੰ ਮਤਲਬ ਉਹਨਾਂ ਦੇ ਜਿਹੜੇ ਮਨੁੱਖ ਹੋਣ ਦਾ ਜਿਹੜਾ ਇੱਕ ਪੂਰਾ ਰਾਈਟ ਹੁੰਦਾ, ਉਹੀ ਖੋਲਿਆ। ਜਦੋਂ ਮਨੁੱਖ ਦੂਜੇ ਮਨੁੱਖ ਨੂੰ ਮਨੁੱਖ ਹੀ ਨਹੀਂ ਮੰਨੂਗਾ, ਮਤਲਬ ਬੰਦਾ ਬੰਦੇ ਨੂੰ ਬੰਦਾ ਹੀ ਨਹੀਂ ਮੰਨੂਗਾ, ਤਾਂ ਤੁਸੀਂ ਇਹ ਪੂਰੀ ਅਜੀਬ ਦੀ ਤਰਾਸਦੀ ਹੈ ਕਿ ਉਹਨਾਂ ਨੂੰ ਤੁਸੀਂ ਏਲੀਅਨ ਕਹਿ ਕੇ ਸੰਬੋਧਿਤ ਕਰ ਰਹੇ ਹੋ। ਤੇ ਤੁਸੀਂ ਏਲੀਅਨ ਕਹਿੰਦੇ ਸਾਰੇ ਉਹਨਾਂ ਦੇ ਜਿੰਨੇ ਵੀ ਮਨੁੱਖੀ ਅਧਿਕਾਰ ਹੁੰਦੇ ਨੇ ਉਹ ਸਾਰੇ ਗਾਇਬ ਹੋ ਜਾਂਦੇ ਨੇ। ਤੁਸੀਂ ਉਹਨਾਂ ਨੂੰ ਆਪਣੀ ਜਿਹੜੀ ਜ਼ੰਜੀਰਾਂ ਹੈ ਉਹਨਾਂ ਨਾਲ ਬੰਨ੍ਹ ਕੇ ਤੁਸੀਂ ਉੱਥੋਂ ਭੇਜ ਰਹੇ ਹੋ। ਉਹਦੇ 'ਚ ਮਹਿਲਾਵਾਂ ਵੀ ਨਹੀਂ, ਬੱਚੇ ਵੀ ਨਹੀਂ। ਹਾਲਾਂਕਿ ਬੱਚਿਆਂ ਨੂੰ ਜਿਹੜੇ 6 ਸਾਲ ਦੇ 2-4 ਬੱਚੇ ਸੀਗੇ, ਉਹਨਾਂ ਨੂੰ ਬੇੜੀਆਂ ਨਹੀਂ ਲਾਈਆਂ ਗਈਆਂ, ਉਹਨਾਂ ਨੂੰ ਉਹਨਾਂ ਦੇ ਮਾਵਾਂ ਕੋਲ ਰੱਖਿਆ ਗਿਆ। ਪਰ ਪਲੇਨ ਦੇ ਵਿੱਚ ਜਦੋਂ ਕਿਸੇ ਨੇ ਵਾਸ਼ਰੂਮ ਵਾਸਤੇ ਵੀ ਜਾਣਾ ਸੀ, ਉਦੋਂ ਵੀ ਵਾਸ਼ਰੂਮ ਵੀ ਜਿਹੜੇ ਅਮਰੀਕਾ ਦੇ ਮਿਲਟਰੀ ਵਾਲੇ ਲੋਕ ਸੀਗੇ ਉਹੀ ਕਰਾ ਕੇ ਲੈ ਕੇ ਆਏ। ਉਸ ਟਾਈਮ ਵੀ ਉਹਨਾਂ ਦੇ ਪੈਰਾਂ ਤੋਂ ਬੇੜੀਆਂ ਨਹੀਂ ਲਾਈਆਂ ਗਈਆਂ ਤੇ ਉਹ ਬੇੜੀਆਂ ਚੋਂ ਹੀ ਸਫ਼ਰ ਕਰਕੇ ਇੱਥੇ ਤੱਕ ਆਏ ਨੇ। ਉਹਨਾਂ ਦੇ ਮੂੰਹ ਤੇ ਕਾਲਾ ਕੱਪੜਾ ਬੰਨਿਆ ਹੋਇਆ ਸੀ, ਯਾਨੀ ਕਿ ਜੋ ਕੁਝ ਵਾਪਰ ਰਿਹਾ ਉਹ ਵੇਖ ਵੀ ਨਹੀਂ ਸਕਦੇ ਕਿ ਉਹ ਕਿਸ ਸਥਿਤੀ 'ਚ ਨੇ, ਕਿੱਥੇ ਨੇ ਤੇ ਕਿਹੜੇ ਹਾਲਾਤ 'ਚ ਨੇ, ਉਹ ਦੇਖ ਵੀ ਨਹੀਂ ਸਕਦੇ। ਤੇ ਖਾਸਾ ਦਰਦਨਾਕ ਤੁਸੀਂ ਕਹਿ ਸਕਦੇ ਹੋ। ਇਹਨੂੰ ਲੈ ਕੇ ਅੱਜ ਇੰਡੀਆ ਦੇ ਪਾਰਲੀਮੈਂਟ, ਰਾਜ ਸਭਾ ਹੋਣ ਜਾਂ ਫਿਰ ਆਪਾਂ ਕਹੀਏ ਲੋਕ ਸਭਾ ਹੋਵੇ, ਦੋਵੇਂ ਸਦਨਾਂ ਦੇ ਵਿੱਚ ਆਪਾਂ ਨੂੰ ਰੌਲਾ ਦੇਖਣ ਨੂੰ ਮਿਲਿਆ। ਜਿਹੜੇ ਵਿਪਕਸ਼ੀ ਆਗੂ ਹੈਗੇ ਆ ਉਹਨਾਂ ਨੇ ਲਗਾਤਾਰ ਇਸ ਮੁੱਦੇ ਨੂੰ ਚੁੱਕਿਆ। ਰਾਹੁਲ ਗਾਂਧੀ ਹੋਣ, ਪ੍ਰਿਯੰਕਾ ਗਾਂਧੀ ਹੋਣ ਜਾਂ ਫਿਰ ਅਖਿਲੇਸ਼ ਯਾਦਵ ਹੋਣੀ ਹੋਣ, ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਹੋਣ ਜਾਂ ਫਿਰ ਸ਼ਿਵ ਸੈਨਾ ਦੀ ਪ੍ਰਿਯੰਕਾ ਚਤੁਰਵੇਦੀ, ਇਹ ਸਾਰੇ ਆਗੂਆਂ ਨੇ ਅੱਜ ਵੱਡੀ ਸਟੇਟਮੈਂਟਾਂ ਦੀਆਂ ਅੱਜ ਜਿਹੜੇ ਕਾਂਗਰਸ ਦੇ ਆਗੂ ਹੈਗੇ ਰਣਦੀਪ ਸੁਰਜੇਵਾਲਾ, ਉਹਨਾਂ ਨੇ ਤਾਂ ਰਾਜ ਸਭਾ ਦੇ ਵਿੱਚ ਇਸ ਦੇ ਰਿਲੇਟਡ ਸਵਾਲ ਵੀ ਪੁੱਛਿਆ ਤੇ ਜਿਹੜੇ ਐਸ ਸ਼ੰਕਰ ਉਹਨਾਂ ਨੂੰ ਜਵਾਬ ਵੀ ਦਿੱਤਾ। ਬੜਾ ਟੇਢਾ ਮੇਢਾ ਜਵਾਬ ਸੀਗਾ ਤੇ ਮੈਨੂੰ ਲੱਗਦਾ ਕਿ ਇਹ ਪ੍ਰੈਸ਼ਰ ਇਸ ਕਰਕੇ ਵੀ ਪਿਆ ਇੰਡੀਅਨ ਗਵਰਨਮੈਂਟ ਤੇ, ਇਸ ਕਰਕੇ ਵੀ ਪੈ ਰਿਹਾ ਹੁਣ। ਤੇ ਨਰਿੰਦਰ ਮੋਦੀ ਤੋਂ ਸਵਾਲ ਇਸ ਕਰਕੇ ਵੀ ਪੁੱਛੇ ਜਾ ਰਹੇ ਨੇ ਕਿਉਂਕਿ ਜਿਹੜੇ ਕੋਲੰਬੀਆ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਉਹਨਾਂ ਨੇ ਜਿਸ ਹਿਸਾਬ ਨਾਲ ਸਟੈਂਡ ਲਿਆ, ਜਿਸ ਹਿਸਾਬ ਨਾਲ ਉਹਨਾਂ ਨੇ ਟਵੀਟ ਕਰਕੇ ਦੱਸਿਆ ਕਿ ਤੇ ਉਹਨਾਂ ਨੇ ਆਪਣੇ ਜਿਹੜੇ ਉਹਨਾਂ ਦੇ ਨਾਗਰਿਕ ਸੀਗੇ, ਉਹਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਲੈ ਕੇ ਜਿਸ ਹਿਸਾਬ ਨਾਲ ਉਹ ਅੱਗੇ ਆਏ ਨੇ, ਉਸ ਹਿਸਾਬ ਨਾਲ ਨਰਿੰਦਰ ਮੋਦੀ ਨੇ ਕੋਈ ਵੀ ਟਵੀਟ ਨਹੀਂ ਕੀਤਾ। ਪ੍ਰਿਯੰਕਾ ਗਾਂਧੀ ਨੇ ਤਾਂ ਨਰਿੰਦਰ ਮੋਦੀ ਤੇ ਤੰਜ ਕੱਸਦਿਆਂ ਇਹ ਵੀ ਕਿਹਾ ਕਿ ਇਹ ਤਾਂ ਆਪਣੇ ਆਪ ਨੂੰ ਟਰੰਪ ਦਾ ਦੋਸਤ ਦੱਸਦਾ ਸੀਗਾ। ਉਹਦਾ ਚੋਣ ਕੈਂਪੇਨ ਵੀ ਕਰਕੇ ਆਇਆ ਸੀਗਾ, ਚੋਣ ਪ੍ਰਚਾਰ ਵੀ ਕਰਕੇ ਆਇਆ ਸੀ। ਤੇ ਹੁਣ ਕਿਉਂ ਜਿਹੜੇ ਇੰਡੀਅਨਸ ਹੈਗੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਡਿਪੋਰਟ ਵੀ ਬੇੜੀਆਂ ਲਾ ਕੇ ਕੀਤਾ ਜਾ ਰਿਹਾ, ਇਹ ਸੀਰੀਅਸ ਜਿਹੜੇ ਸਵਾਲ ਹੈਗੇ ਆ। ਚੁੱਕੇ ਹਰਿਆਣੇ ਤੋਂ ਜਿਹੜੇ MP ਨੇ ਦਪਿੰਦਰ ਹੁੱਡਾ, ਉਹਨਾਂ ਨੇ ਵੀ ਅੱਜ ਕਿਹਾ ਕਿ ਇਹ ਕਿਤੇ ਨਾ ਕਿਤੇ ਉਹਨਾਂ ਦੇ ਰੋਜ਼ਗਾਰ ਤੇ ਅਤੇ ਉਹਨਾਂ ਦੀ ਰੋਜੀ ਅਤੇ ਰੋਟੀ ਦਾ ਸਵਾਲ ਬਣਾਇਆ। ਉਹਨਾਂ ਨੇ ਕਿਹਾ ਕਿ ਜਿਹੜੀ ਸਰਕਾਰ ਦਾ ਕਿ ਉਹ ਬਿਨਾਂ ਖਰਚੀ, ਬਿਨਾਂ ਪਰਚੀ ਤੋਂ ਲੋਕਾਂ ਨੂੰ ਰੋਜ਼ਗਾਰ ਦੇ ਰਹੀ ਹੈ। ਉਹ ਤਾਂ ਦੇਖੋ, ਜੇ ਇੱਥੇ ਰੋਜ਼ਗਾਰ ਹੁੰਦਾ, ਇੱਥੇ ਉਹਨਾਂ ਨੂੰ ਸਹੂਲਤਾਂ ਹੁੰਦੀਆਂ ਤੇ ਉਹ ਕਿਉਂ ਜਾਂਦੇ US ਤੱਕ, ਅਮਰੀਕਾ ਤੱਕ ਦਾ ਜਿਹੜਾ ਖਤਰਨਾਕ ਸਫ਼ਰ ਹੈ ਉਹ ਕਿਉਂ ਉੱਥੋਂ ਤੱਕ ਦਾ ਤੈਅ ਕਰਦੇ। ਤੇ ਅੱਜ ਪੂਰਾ ਜਿਹੜਾ ਵਿਪਕਸ਼ ਸੀਗਾ ਉਹਨੇ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ
ਨਰਿੰਦਰ ਮੋਦੀ ਨੇ ਇਸ ਤੇ ਕੋਈ ਵੀ ਟਵੀਟ ਨਹੀਂ ਕੀਤਾ ਹੈ ਅਜੇ ਤੱਕ। ਤੇ ਜਿਹੜੇ ਮਨੁੱਖੀ ਅਧਿਕਾਰਾਂ ਦਾ ਕਾਨੂੰਨ ਹੋਇਆ ਇਹਨਾਂ ਮੁੰਡਿਆਂ ਦਾ, ਨੌਜਵਾਨਾਂ ਦਾ, ਮਹਿਲਾਵਾਂ ਦਾ, ਇਸ ਬਾਰੇ ਜਿਹੜੀ ਇੰਟਰਨੈਸ਼ਨਲ ਕਮਿਊਨਿਟੀ ਹੈ ਉਹ ਵੀ ਇਸ ਤੇ ਸੱਦੇ ਹੋਏ ਹੈ। ਕੋਈ ਵੱਡੀ ਸਟੇਟਮੈਂਟ ਆਈ ਨਹੀਂ ਹੈ ਕਿਸੇ ਵੀ ਵੱਲੋਂ। ਤੇ ਜੀ ਜਿਹੜਾ ਜੀ ਹਾਂ, ਇਹ ਬਹੁਤ ਮਤਲਬ ਡੈਰੋਗੇਟਰੀ ਕਿਸਮ ਦਾ ਜਿਹੜਾ ਐਕਟ ਤੁਸੀਂ ਕਹਿ ਸਕਦੇ ਹੋ, ਜਿਹਦੇ ਤੇ ਕੋਈ ਵੀ ਆਇਆ ਨਹੀਂ ਹੈ। ਬਾਕੀ ਅੱਜ ਤੁਸੀਂ ਵੀ ਤੇ ਮੈਂ ਵੀ ਆਪਾਂ ਲਗਾਤਾਰ ਦੇਖ ਰਹੇ ਸੀ ਕਿ ਕਿਵੇਂ ਇਹ ਜਿਹੜੇ ਮੁੰਡੇ ਸੀਗੇ ਮੀਡੀਆ ਨਾਲ ਗੱਲਬਾਤ ਕਰਦੇ ਆਪਣੀ ਕਹਾਣੀਆਂ ਦੱਸ ਰਹੇ ਸੀਗੇ। ਮੈਂ ਅੰਮ੍ਰਿਤਸਰ ਵਾਲੇ ਮੁੰਡੇ ਦੀ ਸੁਣੀ, ਮੈਂ ਇੱਕ ਕੁੜੀ ਸੀ ਜਗਰਾਉਂ ਤੋਂ ਉਹਦੀ ਕਹਾਣੀ ਵੀ ਸੁਣੀ, ਕੈਥਲ ਤੋਂ ਸਾਡੇ ਮੁੰਡਿਆਂ ਦੀ ਵੀ ਸੁਣੀ ਮੈਂ। ਤੇ ਉਹ ਸਿੱਖ ਕਹਾਣੀਆਂ ਤੇ ਮੈਂ ਥੋੜਾ ਚਾਨਣਾ ਪਾਉਣਾ ਚਾਹਾਂਗਾ ਤਾਂ ਕਿ ਲੋਕਾਂ ਨੂੰ ਸਮਝ ਸਕੇ ਕਿ ਇਹ ਕਿਹੜੇ ਜੀ ਮਨਦੀਪ ਜੀ ਮੈਂ ਚਾਹਾਂਗਾ ਤੁਹਾਡੀਆਂ ਜਿਹੜੀਆਂ ਤੁਸੀਂ ਅੱਜ ਸਾਰੀਆਂ ਕਹਾਣੀਆਂ ਦੇਖੀਆਂ ਨੇ ਉਹ ਸੁਣਨ ਤੋਂ ਪਹਿਲਾਂ ਤੁਹਾਡੀ ਆਵਾਜ਼ ਥੋੜੀ ਜੀ ਦੱਬ ਰਹੀ ਹੈ, ਜਦ ਤੱਕ ਤੁਸੀਂ ਉਹਨੂੰ ਮਾੜਾ ਜਿਹਾ ਆਪਣੇ ਫੋਨ ਨੂੰ ਆਪਣੇ ਇਸ ਜਗ੍ਹਾ ਤੋਂ ਹਿਲਾਇਓ। ਮੈਂ ਜਦ ਤੱਕ ਇਹ ਦੱਸ ਦਵਾਂ ਕਿ ਅੱਜ ਜਿਹੜਾ ਸਾਡੇ ਇੱਥੇ ਜਲੰਧਰ ਦੇ ਵਿੱਚ ਲਾਂਦੜਾ ਪਿੰਡ ਹੈ ਉੱਥੇ ਦਾ ਨੌਜਵਾਨ ਦਵਿੰਦਰਜੀਤ ਵੀ ਇਸ ਦੇ ਵਿੱਚ ਮੌਜੂਦ ਸੀ, ਜਿਹੜਾ ਕੱਲ ਅਮਰੀਕਾ ਤੋਂ ਡਿਪੋਰਟ ਹੋਏ ਲੋਕਾਂ ਦੇ ਵਿੱਚ ਸ਼ਾਮਲ ਸੀ। ਤੇ ਸਵੇਰੇ 5 ਵਜੇ ਜਦੋਂ ਉਹ ਸਵੇਰੇ 5 ਵਜੇ ਤੋਂ ਹੀ ਉਹ ਨੌਜਵਾਨ ਗਾਇਬ ਹੈ। ਪਤਾ ਨਹੀਂ ਕਿਸ ਤਰ੍ਹਾਂ ਦੀ ਮਾਨਸਿਕ ਹਾਲਤ ਦੇ ਵਿੱਚ ਹੋਊਗਾ, ਕਿਵੇਂ ਜੂਝ ਰਿਹਾ ਹੋਊਗਾ ਆਪਣੇ ਆਪ ਦੇ ਨਾਲ। ਤੇ ਜਦੋਂ ਸਵੇਰੇ ਅੱਜ ਉਹਨਾਂ ਦੇ ਘਰ ਮੀਡੀਆ ਪਹੁੰਚਦਾ ਹੈ ਤਾਂ ਉਹਨਾਂ ਦੇ ਪਰਿਵਾਰਕ ਜੀ ਦੱਸ ਰਹੇ ਨੇ ਕਿ ਅਸੀਂ ਤਾਂ ਆਪ ਆਪਣੇ ਪੁੱਤਰ ਨੂੰ ਲੱਭ ਰਹੇ ਹਾਂ, ਉਹ ਅੱਜ ਸਵੇਰ ਤੋਂ ਹੀ ਗਾਇਬ ਹੈ। ਕੱਲ ਰਾਤੀ ਪਟਵਾਰੀ ਤੇ ਕੁਝ ਪੁਲਿਸ ਮੁਲਾਜ਼ਮ ਉਸ ਨੌਜਵਾਨ ਨੂੰ ਘਰੇ ਛੱਡ ਕੇ ਗਏ ਤੇ ਅੱਜ ਸਵੇਰੇ ਉਹ ਗਾਇਬ ਹੈ। ਕਿਹੋ ਜਿਹੀ ਮਾਨਸਿਕ ਹਾਲਤ ਚ ਹੋਊਗਾ, ਕਿਹੋ ਜਿਹੇ ਦਬਾਅ ਚੋਂ ਲੰਘ ਰਿਹਾ ਹੋਊਗਾ। ਅਸੀਂ ਅਰਦਾਸ ਕਰਦੇ ਹਾਂ ਉਹ ਜਿੱਥੇ ਵੀ ਹੋਵੇ ਚੰਗੀ ਹਾਲਤ ਚ ਹੋਵੇ, ਜਲਦੀ ਘਰ ਪਰਤੇ, ਕਿਉਂਕਿ ਇਹ ਸਮੇਂ ਦੇ ਨਾਲ ਇੱਕ ਨਵੀਂ ਸ਼ੁਰੂਆਤ ਮੁੜ ਤੋਂ ਹੋ ਸਕਦੀ ਹੈ। ਇਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਜੇਕਰ ਜੋ ਕੁਝ ਵੀ ਹੁਣ ਹੋ ਗਿਆ ਸਾਰਿਆਂ ਦੇ ਨਾਲ ਹੀ ਆ, ਉਸ ਦੇ ਵਿੱਚ ਬਹੁਤ ਕੁਝ ਹੋਰ ਨਵਾਂ ਹੋ ਸਕਦਾ, ਤੁਸੀਂ ਹੋਰ ਵੀ ਬੁਲੰਦੀਆਂ ਛੂਹ ਸਕਦੇ ਹੋ। ਸੋ ਮੈਂ ਚਾਹੂੰਗਾ ਤੁਸੀਂ ਹੁਣ ਜੇ ਤੁਹਾਡੀ ਸਮੱਸਿਆ ਠੀਕ ਹੋ ਗਈ ਹੋਵੇ ਤਾਂ ਤੁਸੀਂ ਅੱਗੇ ਕੈਰੀ ਔਨ ਕਰ ਸਕਦੇ ਹੋ। ਦੇਖੋ ਗੁਰਪ੍ਰੀਤ, ਜਿੰਨਾ ਤੁਸੀਂ ਜਿਸ ਹਿਸਾਬ ਨਾਲ ਤੁਸੀਂ ਗੱਲ ਕਰ ਰਹੇ ਹੋ ਉਹ ਉਨਾ ਸੌਖਾ ਨਹੀਂ ਹੈ ਮਾਮਲਾ। ਮੈਨੂੰ ਲੱਗਦਾ ਕਿ ਉਹ ਬੰਦਿਆਂ ਨੇ ਮਾਈਗ੍ਰੇਟ ਕਰਨ ਦੀ ਆਪਣੇ ਦਿਮਾਗ 'ਚ ਸੋਚੀ ਕਿਉਂ ਸੀ? ਕਿਉਂਕਿ ਇੱਥੋਂ ਦੀ ਜਿਹੜੀ ਸੁਸਾਇਟੀ ਹੈਗੀ ਆ, ਇੱਥੋਂ ਦੀ ਜਿਹੜੀ ਸਰਕਾਰ ਹੈ, ਉਹਨਾਂ ਨੇ ਰਿਜੈਕਟ ਫੀਲ ਕੀਤਾ ਕਿ ਉਹਨਾਂ ਨੂੰ ਸਿਸਟਮ ਨੇ ਰਿਜੈਕਟ ਕਰ ਦਿੱਤਾ ਹੈ। ਉਸ ਤੋਂ ਬਾਅਦ ਹੀ ਉਹ ਇੰਨਾ ਔਖਾ ਸਫ਼ਰ ਤੈਅ ਕਰਕੇ ਅਮਰੀਕਾ ਗਏ ਨੇ ਤੇ ਅਮਰੀਕਾ ਦੇ ਸਿਸਟਮ ਨੇ ਵੀ ਉਹਨਾਂ ਨੂੰ ਹੁਣ ਰਿਜੈਕਟ ਕਰ ਦਿੱਤਾ ਹੈ। ਦੋ ਥਾਵਾਂ ਤੇ ਇੰਨੀਆਂ ਵੱਡੀਆਂ ਰਿਜੈਕਸ਼ਨਾਂ। ਉਹਨਾਂ ਮੁੰਡਿਆਂ ਨੇ ਆਪਣੀ ਜ਼ਮੀਨਾਂ ਵੇਚੀਆਂ ਹੋਈਆਂ ਸੀ, ਮਾਵਾਂ ਦੇ ਜਿਹੜੇ ਗਹਿਣੇ ਸੀਗੇ ਉਹ ਰੱਖੇ ਹੋਏ ਸੀਗੇ, ਕਰਜ਼ ਵਾਸਤੇ ਗਹਿਣੇ ਰੱਖੇ ਹੋਏ ਸੀਗੇ। ਤੇ ਤੁਸੀਂ ਇਹ ਲਾਓ ਕਿ ਮਤਲਬ ਖਾਸਾ ਔਖਾ ਟਾਈਮ ਉਹਨਾਂ ਤੇ ਹੈਗਾ। ਦੋ ਰਿਜੈਕਸ਼ਨਾਂ ਉਹਨਾਂ ਨੇ ਫੇਸ ਕੀਤੀਆਂ ਨੇ ਸੁਸਾਇਟੀ ਦੀਆਂ, ਇੱਥੇ ਵੀ ਤੇ ਉੱਥੇ ਵੀ। ਜੀ ਤੁਸੀਂ ਕੈਰੀ ਔਨ ਰੱਖ ਸਕਦੇ ਹੋ ਜੀ। ਹਾਂ, ਤੇ ਉਹ ਲਗਾਤਾਰ ਜਿਹੜਾ ਰਿਜੈਕਸ਼ਨਾਂ ਹੈਗੀਆਂ ਉਹਨਾਂ ਨੇ ਦੋ ਥਾਵਾਂ ਤੇ ਉਹਨਾਂ ਨੇ ਝੱਲੀਆਂ ਨੇ। ਹੁਣ ਉਹ ਇੰਡੀਆ ਆਏ ਨੇ ਤੇ ਇੰਡੀਆ ਦੇ ਵਿੱਚ ਵੀ ਇਹਨਾਂ ਨੂੰ ਜਿਸ ਹਿਸਾਬ ਨਾਲ ਟ੍ਰੀਟ ਕੀਤਾ ਜਾ ਰਿਹਾ ਉਹ ਬਹੁਤ ਅਜੀਬ ਹੈ। ਜਿਸ ਹਿਸਾਬ ਨਾਲ ਅਧਿਕਾਰੀ ਉਹਨਾਂ ਤੋਂ ਸਾਈਨ ਲੈ ਰਹੇ ਨੇ, ਜਿਸ ਹਿਸਾਬ ਨਾਲ ਪੜੋਸੀ ਉਹਨਾਂ ਨਾਲ ਵਰਤਾਅ ਕਰ ਰਹੇ ਨੇ, ਮੀਡੀਆ ਜਿਸ ਹਿਸਾਬ ਨਾਲ ਉਹਨਾਂ ਨੂੰ ਪ੍ਰੈਜ਼ੈਂਟ ਕਰ ਰਿਹਾ ਹੈ। ਲਗਾਤਾਰ ਜਿਹੜਾ ਅਵੈਧ ਪ੍ਰਵਾਸੀ ਇਹ ਸ਼ਬਦ ਖਾਸਾ ਮੈਨੂੰ ਤਾਂ ਇਹਦੇ 'ਚ ਪ੍ਰੋਬਲਮੈਟਿਕ ਲੱਗਦਾ ਹੈਗਾ। ਪ੍ਰੋਬਲਮਾਂ ਨੇ ਤੇ ਜਿਸ ਹਿਸਾਬ ਨਾਲ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਉਹ ਖਾਸਾ ਦਿੱਕਤ ਵਾਲਾ ਹੈਗਾ। ਤੇ ਜਿਹੜਾ ਸੱਤਾ ਪੱਖ ਹੈ, ਜਿਹਨਾਂ ਦੀ ਸਰਕਾਰ ਹੈ ਬੀਜੇਪੀ ਵਾਲੇ, ਉਹ ਤਾਂ ਸ਼ਰੇਆਮ ਉਹਨਾਂ ਬੱਚਿਆਂ ਨੂੰ ਮਤਲਬ ਉਹਨਾਂ ਦੇ ਖਿਲਾਫ ਪ੍ਰੋਪੇਗੈਂਡਾ ਬਿਲਡ ਕਰ ਰਹੇ ਨੇ। ਕਿਸੇ ਨੇ ਵੀ ਉਹਨਾਂ ਬਾਰੇ ਕੋਈ ਸਿੰਪੈਥੈਟਿਕ ਸਟੇਟਮੈਂਟ ਦੇਣ ਦੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਨੇ ਵੀ ਕਿਹਾ ਕਿ ਤੁਸੀਂ ਆ ਗਏ ਹੋ ਵਾਪਸ, ਅਸੀਂ ਤੁਹਾਡਾ ਜਿਹੜਾ ਸੰਕਟ ਹੈ ਉਹਨੂੰ ਤੁਹਾਡੇ ਸੰਕਟ ਤੋਂ ਤੁਹਾਨੂੰ ਬਾਹਰ ਕੱਢਣ ਵਾਸਤੇ ਜ਼ੋਰ ਮਾਰਾਂਗੇ, ਤੁਹਾਡੇ ਏਜੰਟਾਂ ਤੋਂ ਪੈਸੇ ਦਵਾਵਾਂਗੇ ਜਾਂ ਕੁਛ ਹੋਰ ਕਰਾਂਗੇ। ਤਾਂ ਕੋਈ ਵੀ ਗੱਲ ਨਹੀਂ ਕਹਿ ਰਿਹਾ। ਕਿਸੇ ਨੇ ਵੀ ਇਹ ਨਹੀਂ ਕਿਹਾ ਕਿ ਤੁਹਾਡੇ ਵਾਸਤੇ ਰੋਜ਼ਗਾਰ ਦਾ ਕੋਈ ਅਲਟਰਨੇਟ ਸਾਧਨ ਲੱਭ ਕੇ ਦਵਾਂਗੇ ਜਾਂ ਫਿਰ ਤੁਹਾਡੇ ਜਿਹੜੇ ਪਾਸਪੋਰਟ ਤੇ ਇਹ ਜਿਹੜਾ, ਕਿਉਂਕਿ ਅਮਰੀਕਾ ਤੋਂ ਡਿਪੋਰਟ ਹੋਣ ਦਾ ਮਤਲਬ ਇਹ ਹੁੰਦਾ ਕਿ 20 ਕੰਟਰੀਆਂ ਤੋਂ ਤੁਹਾਨੂੰ ਰਿਜੈਕਸ਼ਨਾਂ ਝੱਲਣੀਆਂ ਪੈਣਗੀਆਂ, ਜਿਹੜੀ ਕਿ ਵੱਡੀਆਂ ਕੰਟਰੀਆਂ ਨੇ, ਆਸਟ੍ਰੇਲੀਆ ਤੋਂ ਲੈ ਕੇ ਜਿੰਨੀ ਯੂਰੋਪੀਅਨ ਯੂਨੀਅਨਸ ਹੋ ਗਏ, ਸਾਰਿਆਂ ਤੋਂ ਹੀ ਉਹਨਾਂ ਨੂੰ ਰਿਜੈਕਸ਼ਨ ਝੱਲਣੀਆਂ ਪੈਣੀਆਂ। ਤੇ ਉਹਨਾਂ ਨੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਬਾਰੇ ਤਾਂ ਕੋਈ ਗੱਲ ਹੀ ਨਹੀਂ ਕਰ ਰਿਹਾ। ਤੇ ਮੈਨੂੰ ਲੱਗਦਾ ਕਿ ਇਹ ਵੱਡੀ ਰਿਜੈਕਸ਼ਨ ਹੈਗੀ ਆ ਤੇ ਦੋ ਰਿਜੈਕਸ਼ਨਾਂ ਨੇ ਉਹਨਾਂ ਦੀ ਜ਼ਿੰਦਗੀ 'ਚ। ਇਸ ਕਰਕੇ ਉਹ ਜਿਹੜੇ ਸਟ੍ਰੈਸ 'ਚ ਹੋਣਗੇ ਉਹ ਤਾਂ ਆਪਾਂ ਸਮਝ ਹੀ ਨਹੀਂ ਸਕਦੇ ਕਿਹੜੇ ਮਾਨਸਿਕ ਹਾਲਾਤਾਂ 'ਚ ਹੋਣਗੇ। ਤੇ ਇਹ ਮੈਨੂੰ ਲੱਗਦਾ ਹੈ। ਤੇ ਬਾਕੀ ਅੱਜ ਮੈਂ ਜਿਵੇਂ
ਗੱਲ ਕਰਾਂ ਤਾਂ ਪਹਿਲੀ ਕਹਾਣੀ ਮੈਂ ਅੱਜ ਦੇਖ ਰਿਹਾ ਸੀਗਾ, ਆਕਾਸ਼ ਦੀ ਕਰਨਾਲ ਤੋਂ ਹੈਗਾ ਮੁੰਡਾ, ਤੇ ਜੀ, ਉਹਦੀ ਸਟੇਟਮੈਂਟ ਪਹਿਲੀ ਪਤਾ ਕੀ ਸੀ? ਉਹ ਕਹਿੰਦਾ ਯਾਰ ਮੇਰੇ ਤੇ ਜ਼ਿੰਦਗੀ ਭਰ ਦਾ ਕਲੰਕ ਲੱਗ ਗਿਆ, ਠੀਕ ਹੈ, ਮੈਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਤੇ ਮੈਂ ਕੁਛ ਵੀ ਨਹੀਂ ਕਰ ਪਾਵਾਂਗਾ। ਤੇ ਉਹਨਾਂ ਨੇ ਅੱਗੇ ਆਪਣੇ ਦੱਸਿਆ ਕਿ ਸਾਨੂੰ 2 ਬੱਸਾਂ 'ਚ ਠੂਸ-ਠੂਸ ਕੇ ਭਰਿਆ ਗਿਆ। ਸਾਨੂੰ ਲੱਗਿਆ ਕਿ ਸਾਨੂੰ ਵੈਲਕਮ ਆਫਿਸ 'ਚ ਲੈ ਕੇ ਜਾ ਰਹੇ ਨੇ, ਉਸ ਤੋਂ ਬਾਅਦ ਸਾਨੂੰ ਰਿਲੀਜ਼ ਕਰ ਦੇਣਗੇ। ਲੇਕਿਨ ਬਾਅਦ 'ਚ ਸਾਨੂੰ ਪਤਾ ਲੱਗਿਆ ਕਿ ਸਾਨੂੰ ਅਮਰੀਕਨ ਏਅਰਬੇਸ ਤੇ ਲੈ ਕੇ ਜਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਸਾਡੇ ਸਾਰੇ ਚਿਹਰੇ ਸੀਗੇ ਉਹ ਕਾਲੇ ਨਕਾਬਾਂ ਤੋਂ ਢੱਕ ਦਿੱਤੇ ਗਏ। ਉਸ ਤੋਂ ਬਾਅਦ ਸਾਨੂੰ ਬੇੜੀਆਂ 'ਚ ਸਾਡੇ ਗਲੇ 'ਚ, ਹੱਥਾਂ ਪੈਰਾਂ 'ਚ ਬੇੜੀਆਂ ਪਾ ਦਿੱਤੀਆਂ ਗਈਆਂ। ਸਾਨੂੰ ਏਦਾਂ ਟਰੀਟ ਕੀਤਾ ਗਿਆ ਜਿਵੇਂ ਅਸੀਂ ਕੋਈ ਬਹੁਤ ਵੱਡਾ ਕ੍ਰਾਈਮ ਕੀਤਾ ਹੋਵੇ। ਤੇ ਉਸ ਤੋਂ ਬਾਅਦ ਸਾਨੂੰ ਲੱਗ ਰਿਹਾ ਸੀਗਾ ਕਿ ਸਾਨੂੰ ਇੰਡੀਅਨ ਪਲੇਨ ਦੇ ਵਿੱਚ ਬਿਠਾ ਕੇ ਸ਼ਾਇਦ ਡਿਪੋਰਟ ਕੀਤਾ ਜਾਵੇ, ਜਦੋਂ ਸਾਨੂੰ ਇਹ ਸਮਝ ਆਇਆ, ਕਿਉਂਕਿ ਉੱਥੇ ਅਮਰੀਕਨ ਜਿਹੜੇ ਅਫਸਰ ਸੀਗੇ ਉਹਨਾਂ ਨੇ ਮਨਾਦੀ ਕੀਤੀ ਕਿ ਤੁਹਾਨੂੰ ਅਮਰੀਕਾ ਵਾਪਸ ਭੇਜਿਆ ਜਾਊਗਾ। ਬਾਅਦ 'ਚ ਸਮਝ ਆਇਆ ਕਿ ਜੀ, ਸਾਨੂੰ ਤਾਂ ਅਮਰੀਕਾ ਦਾ ਜਿਹੜਾ ਮਿਲਟਰੀ ਪਲੇਨ ਉਹਦੇ 'ਚ ਭੇਜਿਆ ਜਾ ਰਿਹਾ ਵਾਪਸ। ਤੇ ਉੱਥੇ ਵੀ ਸਾਨੂੰ ਮਤਲਬ ਵਾਸ਼ਰੂਮ ਕਰਾਉਣ ਤੱਕ ਵੀ ਸਾਡੇ ਨਾਲ ਜਿਹੜੇ ਅਮਰੀਕਾ ਦੇ ਉੱਥੋਂ ਦੇ ਜਿਹੜੇ ਸੈਨਿਕ ਸੀਗੇ, ਜਿਹੜੇ ਸਿਪਾਹੀ ਸੀਗੇ, ਉਹ ਸਾਡੇ ਨਾਲ ਜਾ ਰਹੇ ਸੀਗੇ। ਇਹ ਕਾਫੀ ਇਮੋਸ਼ਨਲ ਸਟੋਰੀ ਸੀਗੀ। ਤੇ ਆਕਾਸ਼ ਦੀ ਤੇ ਦੂਜੀ ਸਟੋਰੀ ਮੈਂ ਦੇਖ ਰਿਹਾ ਸੀਗਾ, ਤੇ ਜਗਰਾਉਂ ਤੋਂ ਮੁਸਕਾਨ ਹੈ ਕੁੜੀ, ਉਹਦੀ ਮੈਂ ਸੁਣ ਰਿਹਾ ਸੀਗਾ ਤੇ ਉਹਨੂੰ ਵੀ ਇਹ ਲੱਗ ਰਿਹਾ ਸੀਗਾ ਕਿ ਉਹਨਾਂ ਨੂੰ ਜਹਾਜ਼ 'ਚ ਬਿਠਾ ਕੇ ਕਿਸੇ ਆਈਲੈਂਡ ਤੇ ਲੈ ਕੇ ਜਾਇਆ ਜਾਏਗਾ। ਬਾਅਦ 'ਚ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਤਾਂ ਇੰਡੀਆ ਡਿਪੋਰਟ ਕੀਤਾ ਜਾ ਰਿਹਾ ਹੈ। ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਜਿਹੜਾ ਜਹਾਜ਼ ਸੀਗਾ ਉਹਦੇ 'ਚ 4 ਬੱਚੇ ਵੀ ਸੀਗੇ ਜਿਹੜੇ 5-6 ਸਾਲਾਂ ਦੇ ਸੀਗੇ। ਉਹਨਾਂ ਨੂੰ ਬੇੜੀਆਂ ਜੀ, ਜੀ, ਲਾਈਆਂ ਗਈਆਂ, ਉਹਨਾਂ ਦੀ ਮਾਵਾਂ ਨੂੰ ਬੇੜੀਆਂ ਲਾਈਆਂ ਗਈਆਂ ਸੀਗਾ ਤੇ ਖਾਣ 'ਚ ਸਿਰਫ ਫਰੂਟ, ਸਨੈਕਸ, ਇਸ ਕਿਸਮ ਦੀਆਂ ਚੀਜ਼ਾਂ ਦਿੱਤੀਆਂ ਗਈਆਂ, ਬ੍ਰੈਡ ਵਗੈਰਾ ਇਹ ਖਾਣ ਨੂੰ ਦਿੱਤੇ ਗਏ। ਐਂ ਕੈਥਲ ਤੋਂ ਜਿਹੜਾ ਹਰਿਆਣਾ 'ਚ ਪੈਂਦਾ ਹੈ, ਕੈਥਲ, ਉੱਥੋਂ ਕਿਸਾਨ ਪਿੰਡ ਦਾ ਮੁੰਡਾ ਸੀਗਾ ਅੰਕਿਤ। ਉਹਨੇ ਵੀ ਇਹ ਦੱਸਿਆ ਕਿ ਉਹਨੇ ਸਾਰਾ ਜੀ, ਦੱਸਿਆ ਕਿਵੇਂ ਉਹਨਾਂ ਦੀ ਛਾਤੀਆਂ ਤੇ ਲਾਏ ਗਏ, ਤੇ ਕਿਵੇਂ ਫਲਾਈਟ ਦੇ ਵਿੱਚ ਵੀ ਇੱਕ ਪੋਸਟਰ ਲਾਇਆ ਗਿਆ ਜਿਹਦੇ 'ਚ ਇੰਡੀਅਨ ਫਲਾਈਟ ਲਿਖਿਆ ਗਿਆ। ਤੇ ਉਹਨਾਂ ਨੂੰ ਸਾਰੇ ਦੱਸਿਆ ਕਿ ਪੂਰਾ ਇਹ ਜਿਹੜਾ ਹੈ ਜਿਹੜਾ ਗੁਰਦਾਸਪੁਰ ਤੋਂ ਸੀਗਾ ਮੁੰਡਾ, ਉਹਨੇ ਵੀ ਇਹ ਜਸਪਾਲ ਸਿੰਘ, ਉਹਨੇ ਵੀ ਇਹ ਦੱਸਿਆ ਕਿ ਕਿਵੇਂ 11 ਦਿਨ ਦੀ ਜਿਹੜੀ ਉਹਨਾਂ ਦੀ ਡਿਟੈਂਸ਼ਨ ਸੀਗੀ ਉਹ ਕਿਵੇਂ ਦੀ ਸੀਗੀ। ਹਰਿਆਣੇ ਦੇ ਫਤਿਆਬਾਦ ਜ਼ਿਲ੍ਹੇ ਤੋਂ ਦੇਖੋ ਪਿੰਡ ਦਾ ਗਗਨਪ੍ਰੀਤ ਸੀਗਾ, 24 ਸਾਲਾਂ ਦਾ ਮੁੰਡਾ ਸੀਗਾ ਤੇ ਉਹਦੇ ਫਾਦਰ ਹੋਣਾ ਨੇ ਵੀ ਜਿਹੜੀ ਆਪਣੀ 5-6 ਕਿੱਲੇ ਜ਼ਮੀਨ ਉਹਨਾਂ ਦੇ ਆਉਂਦੀ ਸੀਗੀ, ਉਹ ਵੀ ਵੇਚ ਕੇ ਉਹਨੂੰ ਭੇਜਿਆ ਸੀਗਾ। ਤੇ ਉਹਨੇ ਵੀ ਦੱਸਿਆ ਕਿਵੇਂ ਕੀ ਉਹਦੇ ਨਾਲ ਵਾਪਰਿਆ। ਉਹਨੂੰ ਵੀ ਲੱਗ ਰਿਹਾ ਸੀ ਸੀਗਾ ਕਿ ਅਸੀਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਾਂਗੇ, ਪਰ ਵਾਪਸ ਉਹਨਾਂ ਨੂੰ ਭੇਜ ਦਿੱਤਾ ਗਿਆ। ਉਹਨਾਂ ਨੂੰ ਸਮਝ ਆ ਰਿਹਾ ਕਿ ਕੀ ਕੀਤਾ ਜਾਊਗਾ। ਜਿਹੜਾ ਇੱਕ ਮੁੰਡਾ ਹਰਿਆਣੇ ਦਾ ਸਾਹਿਲ, ਉਹਦੇ ਪਿਤਾ ਜੀ ਚਰਨ ਸਿੰਘ ਦੀ ਵੀ ਉਸੇ ਕਿਸਮ ਦੀ ਕਹਾਣੀ ਸੀ ਜਿਹੜੀ ਤੁਸੀਂ ਦੱਸ ਰਹੇ ਸੀ। ਉਹਨਾਂ ਦਾ ਮੁੰਡਾ ਵੀ ਹੁਣ ਡਿਪਰੈਸ਼ਨ 'ਚ ਹੈਗਾ ਤੇ ਉਹਨਾਂ ਨੂੰ ਪਿਛਲੇ 7-8 ਘੰਟਿਆਂ ਤੋਂ ਲੱਭ ਨਹੀਂ ਰਿਹਾ ਕਿ ਉਹ ਕਿੱਥੇ ਚਲਾ ਗਿਆ ਮੁੰਡਾ। ਮੈਨੂੰ ਲੱਗਦਾ ਕਿ ਖਾਸੀ ਮਾੜੀ ਹਾਲਤ ਹੈ ਨਾ ਬੱਚਿਆਂ ਦੀ। ਤੇ ਇਹ 5-6 ਸਟੋਰੀ ਸੀਗੀ, ਮੈਂ ਲਗਾਤਾਰ ਇਹਨਾਂ ਨੂੰ ਦੇਖ ਰਿਹਾ ਸੀਗਾ ਕਿ ਕਿਵੇਂ ਕੀ ਇਹਨਾਂ ਦੀ ਮੈਂਟਲ ਸਥਿਤੀ ਹੈ, ਕੀ ਇਹਨਾਂ ਮੁੰਡਿਆਂ ਨਾਲ ਵਾਪਰ ਰਿਹਾ ਹੈ। ਤੇ ਜੀ, ਜੀ, ਬਹੁਤ ਦੁਖਦਾਈ ਸੀਗਾ ਤੇ ਬਹੁਤ ਅਜੀਬ ਕਿਸਮ ਦਾ ਸੀਗਾ। ਤੇ ਇਹਨਾਂ ਦਾ ਜਿਹੜਾ ਡੋਂਕੀ ਰੂਟ ਦਾ ਸਫ਼ਰ ਸੀਗਾ ਨਾ, ਉਹ ਵੀ ਖਾਸਾ ਟੇਢਾ ਰਿਹਾ। ਤੁਸੀਂ ਪਨਾਮਾ ਦੇ ਜੰਗਲ ਵੀ ਸੁਣੇ ਹੋਣੇ, ਜੰਗਲਾਂ 'ਚ ਜੀ, ਲੱਗਦੇ ਜੀ, ਟੈਂਟ, ਚਿੱਕੜਾਂ 'ਚ ਕਿਵੇਂ ਇਹ ਮੁੰਡੇ ਲੰਘਦੇ ਨੇ। ਜਿਹੜਾ ਇਹਨਾਂ ਨੇ ਪਾਣੀ ਵੀ ਪੀਣਾ ਹੁੰਦਾ ਉਹ ਵੀ ਨਾਲਿਆਂ ਤੋਂ, ਤੇ ਮਾੜਾ ਮੋਟਾ ਕੋਈ ਤਲਾਅ ਮਿਲ ਗਿਆ, ਛੋਟਾ ਮੋਟਾ ਕੁਛ ਮਿਲ ਗਿਆ, ਝਰਨਾ ਵਗੈਰਾ, ਉੱਥੋਂ ਇਹ ਪਾਣੀ ਪੀਂਦੇ ਨੇ। ਤੇ ਇਹ ਲੰਬਾ ਸਫ਼ਰ ਹੁੰਦਾ ਹੈ ਤੇ ਉਸ ਤੋਂ ਬਾਅਦ ਜਾ ਕੇ ਅਮਰੀਕਾ ਪਹੁੰਚਦੇ ਨੇ। ਤੇ ਇਸ ਸਫ਼ਰ ਵਾਸਤੇ ਆਪਾਂ ਨੂੰ ਪਤਾ ਕਿ 40-45 ਲੱਖ ਰੁਪਇਆ ਏਜੰਟਾਂ ਨੂੰ ਦਿੰਦੇ ਨੇ, ਜਾਨ ਦਾ ਖਤਰਾ ਵੀ ਹੁੰਦਾ। ਉਸ ਤੋਂ ਬਾਅਦ ਵੀ ਜਾ ਕੇ ਇਹ ਬੱਚੇ ਜਿਹੜੇ ਹੈਗੇ ਆ, ਇਹ ਨਵੀਂ ਸ਼ੁਰੂਆਤ ਨਹੀਂ ਕਰ ਪਾਏ। ਇਹਨਾਂ ਨੂੰ ਦੁਬਾਰੇ ਤੋਂ ਇੱਥੇ ਇੰਡੀਆ ਦੇ ਵਿੱਚ ਸਫ਼ਰ ਕਰਨ ਵਾਸਤੇ ਛੱਡ ਦਿੱਤਾ। ਤੇ ਇਹਦੀ ਕੋਸਟ ਤੁਸੀਂ ਦੇਖੋ 50 ਲੱਖ ਦੇ ਨੇੜੇ-ਤੇੜੇ। ਤੇ ਮੈਂਟਲ ਡਿਪਰੈਸ਼ਨ, ਜਿਹੜਾ ਸਮਾਜ 'ਚ ਜਿਹੜੀ ਬੇਇੱਜ਼ਤੀ ਕਿਸਮ ਦਾ ਇਹ ਬੱਚੇ ਮਹਿਸੂਸ ਕਰ ਰਹੇ ਨੇ, ਇਹਨਾਂ ਨੂੰ ਤਾਂ ਇਹ ਲੱਗ ਰਿਹਾ ਕਿ ਸਾਡੇ ਕਲੰਕ ਲਾ ਦਿੱਤਾ ਗਿਆ, ਠੱਪਾ ਲੱਗਿਆ ਸਾਡੇ ਤੋਂ ਜੀ, ਕਿ ਸਾਨੂੰ ਅਮਰੀਕਾ ਨੇ ਲੱਤ ਮਾਰ ਕੇ ਬਾਹਰ ਕੱਢਤਾ। ਠੀਕ ਹੈ, ਜੀ, ਇਹ ਜੀ, ਖਾਸੀ ਡੈਰੋਗੇਟਰੀ ਸਥਿਤੀ 'ਚ ਹੈਗਾ। ਇਹ ਆਪਣੇ ਆਪ ਨੂੰ ਬਹੁਤ ਹੀਨ ਮਹਿਸੂਸ ਕਰ ਰਹੇ ਨੇ। ਜਦੋਂ ਬੰਦਾ ਕਿਸੇ ਸਿਸਟਮ ਤੋਂ ਰਿਜੈਕਟ ਹੁੰਦਾ, ਜਿਵੇਂ ਜੇ ਮੰਨ ਲਈਏ ਕਿ ਮੈਨੂੰ ਵੀ ਨੌਕਰੀ ਤੋਂ ਕੱਢ ਦਿੱਤਾ ਜਾਵੇ, ਜਾਂ ਫਿਰ ਮੈਨੂੰ ਵੀ ਇੱਥੋਂ ਦਾ ਜਿਹੜੀ ਸੋਸਾਇਟੀ ਮੰਨ ਲਓ ਮੈਨੂੰ ਰਿਜੈਕਟ ਕਰ ਦਿੱਤਾ, ਮੈਂ ਵੀ ਡਿਪਰੈਸ਼ਨ 'ਚ ਚਲਾ ਜਾਵਾਂਗਾ। ਕੋਈ ਹੋਰ ਮੈਂ ਕਿਤੇ ਹੋਰ ਜਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹਾਂ, ਉੱਥੇ ਵੀ ਮੈਨੂੰ ਰਿਜੈਕਸ਼ਨ ਮਿਲ ਜਾਵੇ, ਫਿਰ ਤਾਂ ਮੇਰੀ ਤਾਂ ਹਾਲਤ ਗੁਰਪ੍ਰੀਤ ਤੁਸੀਂ ਸਮਝ ਸਕਦੇ ਹੋ ਕਿਵੇਂ ਦੀ ਹੋਊਗੀ। ਜੀ, ਜੀ, ਮੈਨੂੰ ਲੱਗਦਾ ਇਸ ਜੀ, ਜੀ, ਦੇ ਹਾਲਾਤਾਂ ਤੋਂ ਇਹ ਬੱਚੇ ਲੰਘ ਰਹੇ ਨੇ। ਇਹ ਰਣਦੀਪ ਸਿੰਘ ਸੁਰਜੇਵਾਲਾ ਨੇ ਸਵਾਲ ਵੀ ਚੁੱਕਿਆ ਸੀਗਾ ਇਹਦੇ ਤੇ, ਅੱਜ ਐਸ ਜੈ ਸ਼ੰਕਰ ਹੈਗੇ, ਉਹਨਾਂ ਨੇ ਜਵਾਬ
ਕੀਤਾ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਬੇਨਕਲੀ ਹੈ, ਉਹਨਾਂ ਨੇ ਮੈਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਇਹ ਗੱਲ ਨਹੀਂ ਕਹੀ ਕਿ ਵੀ ਬੇੜੀਆਂ ਲਾਣਾ ਇਹ ਗਲਤ ਹੈ, ਇਸ ਕਿਸਮ ਦਾ ਨਹੀਂ। ਉਹਨਾਂ ਨੇ ਕਿਹਾ ਕਿ ਇਹ ਜਿਹੜਾ ਪਹਿਲੀ ਵਾਰ ਹੋਇਆ, 16 ਸਾਲਾਂ ਤੋਂ 15,000 ਦੇ ਨੇੜੇ ਤੇੜੇ ਜਿਹੜੇ ਬੱਚੇ ਹੈਗੇ ਉਹਨਾਂ ਨੂੰ ਵਾਪਸ ਭੇਜਿਆ ਗਿਆ ਹੈਗਾ। ਉਹਨਾਂ ਨੇ ਕਿਹਾ ਕਿ ਫਿਰ ਕਾਂਗਰਸ ਨੇ ਦੁਬਾਰਾ ਤੋਂ ਰਿਟੈਲੀਏਟ ਕਰਦਿਆਂ ਕਿਹਾ ਕਿ ਉਹਨਾਂ ਨਾਲ ਆਤੰਕਵਾਦੀਆਂ ਵਰਗਾ ਵਿਵਹਾਰ ਕਿਉਂ ਕੀਤਾ ਗਿਆ, ਕ੍ਰਿਮੀਨਲਾਂ ਵਰਗਾ ਵਿਵਹਾਰ ਕਿਉਂ ਕੀਤਾ ਗਿਆ। ਤੇ ਜੀ ਜੀ ਹਾਂ, ਉਹਨਾਂ ਨੇ ਬਲਕਿ ਉਹਨਾਂ ਨੇ ਇਹ ਕਿਹਾ ਕਿ ਵਾਪਸ ਬੁਲਾਣਾ ਸਾਡਾ ਦਾਇਿਤਵ ਸੀਗਾ ਜੇ ਉਹ ਇਲੀਗਲ ਉੱਥੇ ਗਏ। ਤਾਂ ਇੰਨੀ ਵੱਧ ਚੜ੍ਹ ਕੇ ਗੱਲ ਕੀਤੀ ਹੈ। ਉਹਨਾਂ ਨੇ 2009 ਤੋਂ ਲੈ ਕੇ 2025 ਤੱਕ ਦਾ ਡੇਟਾ ਦਿੱਤਾ। ਉਹਨਾਂ ਨੇ ਤੇ ਸਭ ਤੋਂ ਜ਼ਿਆਦਾ ਜਿਹੜਾ ਡਿਪੋਰਟ ਹੋਣ ਦਾ ਉਹਨਾਂ ਨੇ 2 ਸਾਲ 2019 ਦੱਸਿਆ ਕਿ 2042 ਦੇ ਨੇੜੇ ਤੇੜੇ ਲੋਕ 2000 ਦੇ ਨੇੜੇ ਤੇੜੇ ਜਿਹੜੇ ਲੋਕ ਹੈਗੇ ਆ ਉਹ 2019 ਚ ਡਿਪੋਰਟ ਕੀਤੇ ਗਏ ਹੈਗੇ ਆ। ਇਹ ਅੱਜ ਉਹਨਾਂ ਨੇ ਇੱਕ ਹਿਸਾਬ ਨਾਲ ਆਪਣਾ ਪੂਰਾ ਜਿਹੜਾ ਇੱਕ ਹਿਸਾਬ ਨਾਲ ਉਹ जवाब तैयार किया। उन्होंने सवाल भी पूछा गया जिਵੇਂ मोदी और ट्रंप की एक ऐसी दोस्ती हुई जो डिपोर्टेशन नहीं रोक पाई, तो उसमें उन्होंने वो कहा कि ये तो आज से नहीं 2009 से जारी है। और उनसे ये पूछा गया कि भारतीय नागरिकों के साथ आतंकवादी जैसा बर्ताव क्यों किया गया। मैं हिंदी में इसलिए पढ़ रहा हूँ क्योंकि जो सवाल थे वो हिंदी में थे जो पूछे गए। जी 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 हाँ, उसमें फिर उन्होंने जवाब दिया कि हम अमेरिकी सरकार के साथ लगातार संपर्क में है ताकि यह सुनिश्चित किया जा सके कि उनके साथ दुर्व्यवहार न हो। अब उन्होंने हो गया, दुर्व्यवहार तो हो गया, सारी दुनिया ने देखा, अगलिया ने अपने ट्विटर अकाउंटा ते पाया वीडियो बना के। फिर तुसी रोक नहीं पाए, हम करे कि इसका संपर्क च है, काले संपर्क च हैगे तुसी मतलब थोड़ी जेहड़ी विदेश नीति है वो फेल हो चुकी है। तुसी ना तो डिपोर्टेशन रोक पाए, ना घट्टो घट उन्हां वास्ते जेहड़ा एक मानवीय पक्ष है वो भी नहीं कर पाए। ते तीजा जदों इत्थे आ गए, इत्थे आण तो बाद तुहाडे कोल कोई भी मतलब कोई भी चलदा तुहाडे कोल सोल्यूशन नहीं है, कोई चीज़ जी जी तुहाडे कोल मतलब उन्हां वास्ते दस्सण वास्ते कुछ भी नहीं है। तुसीं की रड्डा तो उन्हां दे पैसे वापस कराओगे, की तुसीं की रोजगार दोगे उन्हां नूं, की रोजगार दोगे? तुहाडे कोल कोई प्लान नहीं है, कोई तुसीं गल नहीं कर रहे, तुहाडे नुमाइंदे कोई गल नहीं करे इस बारे, अपना मुंह लको रहे ने। जबकि तुहाडे जिहड़े पार्टी दे लोग हैगे आ ਉਹ ਇਹਨਾਂ ਮੁੰਡਿਆਂ ਦੇ ਖਿਲਾਫ ਕਿਤੇ ਨਾ ਕਿਤੇ ਪ੍ਰੋਪਗੈਂਡਾ ਬਿਲਡ ਕਰ ਰਹੇ ਨੇ। ਖਾਸੀ ਮੈਨੂੰ ਲੱਗਦਾ ਕਿ ਔਖੀ ਸਥਿਤੀ ਹੈਗੀ ਹੈ। ਜੀ ਜੀ ਸੋ ਲਗਾਤਾਰ ਜੰਗਲਾਂ ਚੋਂ ਲੰਘਦਿਆਂ ਹੋਇਆਂ, ਲੁੱਟਾਂ ਖੋਹਾਂ ਕਰਾਉਂਦਿਆਂ ਹੋਇਆਂ, ਤਰ੍ਹਾਂ ਤਰ੍ਹਾਂ ਦੀਆਂ ਮੁਸੀਬਤਾਂ ਝੱਲਦਿਆਂ ਹੋਇਆਂ, ਰਿਜੈਕਟ ਹੁੰਦਿਆਂ ਫਿਰ ਉਤੋਂ ਰਿਜੈਕਟ ਹੋ ਕੇ ਵਾਪਸ ਆਉਣਾ, ਇਹ ਆਪਣੇ ਕਿਸਮ ਦਾ ਦਰਦ ਹੈ। ਪਰ ਅਗਲੀ ਖਬਰ ਦੇ ਉੱਪਰ ਤੇਜ਼ੀ ਨਾਲ ਆਉਂਦੇ ਆ। ਮੋਦੀ ਸਾਹਿਬ ਬੋਲੇ ਨੇ ਜੀ ਪਾਰਲੀਮੈਂਟ ਦੇ ਵਿੱਚ ਤੇ ਅੰਬੇਦਕਰ ਦਾ ਨਾਮ ਵੀ ਲਿਆ ਹੈ ਉਹਨਾਂ ਨੇ। ਨਾਲ ਦੀ ਨਾਲ ਵਿਰੋਧੀ ਧਿਰਾਂ ਦੇ ਉੱਪਰ ਵੀ ਕਵਿਤਾ ਬੋਲ ਕੇ ਉਹਨਾਂ ਨੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਜਰਾ ਉਹਨਾਂ ਦੀ ਇਹ ਸਾਰੀ ਸਪੀਚ ਨੂੰ ਕਰਿਓ ਤਾਂ ਡੀਕੋਡ। ਉਹਨਾਂ ਦਾ ਮਤਲਬ ਅੱਜ ਦਾ ਸਪੀਚ ਸੀਗਾ ਉਹ ਕੁਝ ਚੀਜ਼ਾਂ ਸੀਗੀਆਂ ਹਾਈਲਾਈਟ। ਇੱਕ ਤਾਂ ਇਹ ਸੀਗਾ ਕਿ ਉਹਨਾਂ ਨੇ ਕਾਂਗਰਸ ਨੂੰ ਜਿਹੜਾ ਅੰਬੇਡਕਰ ਸਾਹਿਬ ਦੇ ਨਾਂ ਤੇ ਘੇਰਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ 2 ਵਾਰ ਬਸ ਜੇ ਇੰਨੀ ਇੱਜ਼ਤ ਕਰਦੀ ਹੁੰਦੀ ਕਾਂਗਰਸ ਤੇ ਉਹਨਾਂ ਨੂੰ 2 ਵਾਰ ਚੋਣਾਂ ਚ ਨਾ ਹਰਾਉਂਦੀ, ਇਹ ਕਿਹਾ ਦਿੱਤਾ ਉਹਨਾਂ ਨੇ। ਤੇ ਦੂਜਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਭਾਰਤ ਰਤਨ ਵੀ ਨਹੀਂ ਦਿੱਤਾ ਕਾਂਗਰਸ ਨੇ, ਤੇ ਕਾਂਗਰਸ ਉਹਨਾਂ ਨੂੰ ਇੰਪੋਰਟੈਂਟ ਨਹੀਂ ਸਮਝਦੀ ਸੀ। ਇਹਨਾਂ ਤੇ ਕਾਂਗਰਸ ਵਾਲਿਆਂ ਨੇ ਬੜਾ ਵੀ ਪਾਇਆ, ਪਰ ਉਹ ਲਗਾਤਾਰ ਆਪਣੇ ਜਿਹੜਾ ਉਹਨਾਂ ਦਾ ਬੋਲਣ ਦਾ ਸਟਾਈਲ ਹੈ ਉਹ ਬੋਲਦੇ ਰਹੇ। ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਕਨਸਟੀਟਿਊਸ਼ਨ ਦਾ ਪੂਰਾ ਨਾਰਾ ਹੈ, ਕਨਸਟੀਟਿਊਸ਼ਨ ਬਚਾਉਣ ਵਾਲਾ ਜਿਹੜਾ ਅੱਜ ਕੱਲ੍ਹ ਵਿਪਕਸ਼ ਗੱਲ ਕਰ ਰਿਹਾ, ਉਹਦੇ ਤੇ ਵੀ ਤੰਜ਼ ਕਸਦਿਆਂ ਕਿਹਾ ਕਿ ਉਹਨਾਂ ਨੇ 1955 ਦੀ ਇੱਕ ਗੱਲ ਕਹੀ, ਕਿਹਾ ਕਿ ਉਦੋਂ ਬੰਬੇ ਦੇ ਵਿੱਚ ਵਰਕਰਾਂ ਦੀ ਸਟ੍ਰਾਈਕ ਸੀ, ਉੱਥੇ ਜਿਹੜੇ ਮਹਿਰੂਮ ਸੁਲਤਾਨਪੁਰੀ ਸੀਗੇ ਉਹਨਾਂ ਨੇ ਇੱਕ ਕਵਿਤਾ ਕਹੀ ਸੀ ਜਿਹਦੇ ਚ ਉਹਨਾਂ ਨੇ ਨਹਿਰੂ ਨੂੰ ਕਾਮਨਵੈਲਥ ਦਾ ਦਾਸ ਦੱਸਿਆ ਸੀਗਾ। ਉਦੋਂ ਵੀ ਉਸਨੂੰ ਉਹ ਕਵਿਤਾ ਪੜ੍ਹਨ ਦੇ ਕਾਰਨ ਹੀ ਜੇਲ੍ਹ ਚ ਪਾ ਦਿੱਤਾ ਗਿਆ ਸੀਗਾ। ਕਿਸ਼ੋਰ ਕੁਮਾਰ ਦੇ ਗਾਣਿਆਂ ਨੂੰ ਆਕਾਸ਼ਵਾਣੀ ਤੋਂ ਬੈਨ ਕਰ ਦਿੱਤਾ ਗਿਆ ਸੀਗਾ। ਇੱਕ ਤੋਂ ਹੋਰ ਇੱਕ ਐਕਟਰ ਬਾਰੇ ਜ਼ਿਕਰ ਕੀਤਾ ਗਿਆ ਕਿ ਉਹਨਾਂ ਨੂੰ ਵੀ ਜੇਲ੍ਹ ਚ ਪਾ ਦਿੱਤਾ ਗਿਆ ਸੀਗਾ ਇੰਦਰਾ ਗਾਂਧੀ ਦੇ ਵੇਲੇ। ਤੇ ਉਹਨਾਂ ਨੇ ਕਿਹਾ ਕਿ ਉਸ ਟਾਈਮ ਸੀਗਾ ਬਹੁਤ ਖਤਰਨਾਕ, ਉਸ ਟਾਈਮ ਹੁੰਦਾ ਸੀਗਾ ਕਨਸਟੀਟਿਊਸ਼ਨ ਤੇ ਹਮਲਾ, ਤੇ ਹੁਣ ਨਹੀਂ ਹੁੰਦਾ। ਇਹ ਯੂਸੀਸੀ ਤੇ ਉਹਨਾਂ ਨੇ ਕਿਹਾ, ਯੂਨੀਫਾਰਮ ਸਿਵਲ ਕੋਡ ਤੇ ਬੋਲੇ, ਆਰਕਸ਼ਣ ਤੇ ਬੋਲੇ, ਹੋਰ ਇੱਕ ਦੋ ਚੀਜ਼ਾਂ ਤੇ ਉਹਨਾਂ ਨੇ ਹਮਲਾ ਬੋਲਿਆ। ਤੇ ਤਕਰੀਬਨ 2 ਘੰਟੇ ਦਾ ਉਹਨਾਂ ਦਾ ਸਪੀਚ ਸੀਗਾ ਤੇ ਸਾਰੇ ਕਾਸੇ ਦਾ ਪੰਜਰੂਮਾ ਉਹਨਾਂ ਦਾ ਸਟਾਈਲ ਸੀਗਾ। ਤੇ ਕੋਈ ਤੇ ਠੋਸ ਉਹਨਾਂ ਨੇ ਜਵਾਬ ਨਹੀਂ ਦਿੱਤੇ ਜਿੰਨੇ ਵੀ ਸਵਾਲ ਵਿਪਕਸ਼ ਨੇ ਚੱਕੇ, ਬਲਕਿ ਉਲਟੇ ਜਿਹੜੇ ਤੰਜ ਹੈ ਉਹ ਵਿਪਕਸ਼ ਤੇ ਹੀ ਕਸੇ ਨੇ। ਯਾਨੀ ਕਿ ਵਿਪਕਸ਼ ਕੋਈ ਵੀ ਸਵਾਲ ਪੁੱਛਦਾ ਹੈਗਾ ਤੁਸੀਂ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਸਵਾਲ ਖੜੇ ਕਰ ਦਿੰਦੇ ਹੋ।
ਜੇ ਮੰਨ ਲਓ ਕਿ ਮੈਂ ਹੈਗਾ, ਮੰਨ ਲਓ ਮੈਂ ਚਲੋ अपोजिशन नहीं है, मैं जर्नलिस्ट हूं, मैं बतौर जर्नलिस्ट भी कोई सवाल पूछाऊंगा तो मेरी क्रेडिबिलिटी ਤੇ ਸਵਾਲ ਖੜੇ ਕਰ ਦਿੰਦੇ ਨੇ। ਇਹਨਾਂ ਦਾ ਪੁਰਾਣਾ ਸਟਾਈਲ, ਕਹਿੰਦੇ ਤੁਸੀਂ ਉਦੋਂ ਕਿਉਂ ਨਹੀਂ ਸਵਾਲ ਪੁੱਛਿਆ ਜਦੋਂ ਤੁਸੀਂ ਯੂਪੀਏ ਵੇਲੇ ਇਹਨਾਂ ਦੀ ਸਰਕਾਰ ਸੀ। ਅਸੀਂ ਜੇ ਮੁੜ ਕੇ ਇਹ ਕਹਿ ਦਈਏ ਕਿ ਸਾਡੇ ਵਰਗੇ ਤਾਂ ਉਦੋਂ ਵੀ ਪੁੱਛਦੇ ਸੀਗੇ ਤੇ ਬੀਜੇਪੀ ਵਾਲਿਆਂ ਨੇ ਕਹਿਣਾ ਨਾ ਨਾ ਤੁਸੀਂ ਉਸ ਟਾਈਮ ਨਹੀਂ ਪੁੱਛਦੇ ਹੁੰਦੇ ਸੀ। ਇਹਨਾਂ ਦਾ ਪੁਰਾਣਾ ਸਟਾਈਲ, ਨਰਿੰਦਰ ਮੋਦੀ ਵੀ ਉਸੇ ਸਟਾਈਲ ਤੇ ਪਾਰੰਗਤ ਨੇ। ਉਹ ਜਦੋਂ ਵੀ ਉਹਨਾਂ ਤੇ ਕੋਈ ਗੱਲ ਆਉਂਦੀ ਤੇ ਉਹ ਨਹਿਰੂ, ਇੰਦਰਾ ਗਾਂਧੀ ਤੇ ਪਹੁੰਚ ਜਾਂਦੇ ਨੇ ਸਿੱਧੇ ਤੇ ਕਹਿ ਦਿੰਦੇ ਨੇ ਕਿ ਉਦੋਂ ਇਹ ਸਾਰਾ ਕੁਝ ਹੁੰਦਾ ਸੀਗਾ, ਹੁਣ ਨਹੀਂ ਹੁੰਦਾ। ਤੇ ਜਿਹੜੀ ਜੀ ਅਪੋਜੀਸ਼ਨ ਹੈ ਉਹਦੀ ਕ੍ਰੈਡੀਬਿਲਿਟੀ ਤੇ ਹੀ ਕੁਐਸਚਨ ਖੜਾ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਤਾਂ ਇਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੈ, ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਤਾਂ ਆਪ ਕਰਦੇ ਆਏ ਨੇ, ਸਾਡੇ ਤੇ ਕੀ ਗੱਲਾਂ ਚੁੱਕਣਗੇ। ਇਸ ਕਿਸਮ ਦਾ ਉਹਨਾਂ ਦਾ ਸਟਾਈਲ ਤੇ ਐਵੇਂ ਹੀ ਉਹਨਾਂ ਨੇ ਅੱਜ 2 ਘੰਟਾ ਰਾਜ ਸਭਾ ਚ ਲਵਾਇਆ। ਜੀ, ਸੋ ਅੱਗੇ ਚੱਲਦੇ ਹਾਂ ਜੀ। ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਹੁਣੀ ਇੱਕ ਇਲਜ਼ਾਮ ਲਾ ਰਹੇ ਨੇ, ਪਤਾ ਨਹੀਂ ਉਹਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਇਹ ਜਾਂਚ ਦੀ ਗੱਲ ਹੈ, ਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੇ 7 ਜਿਹੜੇ ਐਮਐਲਏ ਨੇ ਉਹਨਾਂ ਨੂੰ ਖਰੀਦਣ ਦੇ ਲਈ 15 ਕਰੋੜ ਰੁਪਏ ਦੀ ਆਫਰ ਭਾਜਪਾ ਦੇ ਵੱਲੋਂ ਦਿੱਤੀ ਗਈ ਸੀ ਜੀ। ਇਸ ਖਬਰ ਦੀ ਕੀ ਤਫਸੀਲ ਹੈ? ਹਾਂ, ਇਹ ਅੱਜ ਉਹਨਾਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਨੇ, ਰਾਜ ਸਭਾ ਸਾਂਸਦ ਸੰਜੇ ਸਿੰਘ, ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਾਡੇ ਆਗੂਆਂ ਨੂੰ ਫੋਨ ਆਇਆ ਹੈਗਾ ਤੇ ਜਿਹੜੀ ਬੀਜੇਪੀ ਹੈ ਉਹ ਜੇ ਸਾਡੀ ਸੀਟਾਂ ਵੀ ਗਈਆਂ ਤਾਂ ਵੀ ਸਾਨੂੰ ਸਾਡੇ ਬੰਦਿਆਂ ਨੂੰ ਤੋੜ ਕੇ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ ਐਮਐਲਏ ਨੂੰ ਫੋਨ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਬੀਜੇਪੀ ਦੇ ਜਿਹੜੇ ਕਲੋਜ਼ ਏਡ ਹੈਗੇ ਆ ਉਹ ਫੋਨ ਕਰਕੇ ਕਹਿ ਰਹੇ ਨੇ ਕਿ 15 ਕਰੋੜ ਰੁਪਏ ਦੇਵਾਂਗੇ, ਤੁਸੀਂ ਸਾਡੇ ਵੱਲ ਆ ਜਾਓ, ਸਾਡੇ ਪਾਲੇ ਚ ਆ ਜਾਓ। ਤੇ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਜਿੱਤੇ ਹੁਣ ਕੋਈ ਵੱਡੀ ਕਾਰਵਾਈ ਤਾਂ ਕਰ ਨਹੀਂ ਸਕਦੇ, ਪਰ ਅਸੀਂ ਇਹ ਜ਼ਰੂਰ ਕਿਹਾ ਕਿ ਐਮਐਲਏ ਨੂੰ ਕਿ ਉਹਨਾਂ ਦੀ ਰਿਕਾਰਡਿੰਗ ਕਰੋ, ਤੁਸੀਂ ਫੋਨ ਆਵੇ ਤਾਂ ਫੋਨ ਦੀ ਰਿਕਾਰਡਿੰਗ ਕਰੋ, ਜੇ ਤੁਹਾਨੂੰ ਉਹ ਮਿਲਣ ਆਉਣ ਤਾਂ ਤੁਸੀਂ ਹਿਡਨ ਕੈਮਰਾ ਨਾਲ ਉਹਨਾਂ ਦੀ ਰਿਕਾਰਡਿੰਗ ਕਰੋ। ਇਸ ਕਿਸਮ ਦੀ ਗੱਲਾਂ ਉਹਨਾਂ ਨੇ ਕਹੀਆਂ ਨੇ। ਤੇ ਬਾਕੀ ਤਾਂ ਇਹ ਹੈ, ਬਾਕੀ ਕੱਲ ਐਗਜ਼ਿਟ ਪੋਲ ਤੋਂ ਬਾਅਦ ਦੋਵੇਂ ਹੀ ਪਾਰਟੀਆਂ ਦੀ ਹਵਾ ਟੈਟ ਹੈਗੀ ਆ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਤੇ ਬੀਜੇਪੀ ਵਾਲੇ ਜਿਹੜੇ ਉਛਲ ਰਹੇ ਨੇ ਉਹ ਵੀ ਆਪਾਂ ਨੂੰ ਦਿਖ ਰਿਹਾ। ਤੇ ਇਹ ਮੋਟਾ ਮੈਨੂੰ ਲੱਗਦਾ ਕਿ ਇਹ ਸਾਰਾ ਅਪਡੇਟ ਹੈਗਾ। ਬਾਕੀ ਫਾਈਨਲ ਡੇਟਾ ਅੱਜ ਇੱਕ ਅਪਡੇਟ ਹੋਰ ਹੈ, ਵਿਧਾਨ ਸਭਾ ਚੋਣਾਂ ਦਾ ਜਿਹੜਾ ਫਾਈਨਲ ਡੇਟਾ ਵੋਟਿੰਗ ਪਰਸੈਂਟ ਦਾ ਉਹ ਜਿਹੜੀ ਹੈਗਾ ਅੱਜ ਚੋਣ ਆਯੋਗ ਨੇ ਜਾਰੀ ਕਰ ਦਿੱਤਾ ਹੈ। 60.44% ਜਿਹੜਾ ਮਤਦਾਨ ਹੈ ਉਹ ਹੋਇਆ ਹੈਗਾ। ਤੇ ਜਿਹੜਾ ਐਗਜ਼ਿਟ ਪੋਲ ਵੀ ਕੱਲ ਆਪਾਂ ਦੱਸਿਆ ਸੀਗਾ, ਉਸ ਤੋਂ ਬਾਅਦ ਐਗਜ਼ਿਟ ਪੋਲ ਵੀ ਆਏ ਸੀਗੇ। 11 ਐਗਜ਼ਿਟ ਪੋਲਾਂ ਚੋਂ 9 ਐਗਜ਼ਿਟ ਪੋਲ ਬੀਜੇਪੀ ਦੀ ਸਰਕਾਰ ਬਣਾ ਰਹੇ ਨੇ, ਸਿਰਫ 2 ਐਗਜ਼ਿਟ ਪੋਲ ਹੈਗੇ ਆ ਜਿਹੜੇ ਕਿ ਗੱਲ ਕਰ ਰਹੇ ਨੇ ਕਿ ਉੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਸਕਦੀ ਹੈ। ਮੈਂ ਕੱਲ ਇਹ ਵੀ ਦੱਸਿਆ ਸੀਗਾ ਕਿ ਜਿਹੜਾ ਸਾਊਥ ਦਿੱਲੀ ਹੈ, ਜਿਹੜਾ ਅਲੀਟਾ ਦਾ ਇਲਾਕਾ, ਉੱਥੇ ਸਭ ਤੋਂ ਘੱਟ ਵੋਟਿੰਗ ਹੋਈ ਹੈ ਤੇ ਸਭ ਤੋਂ ਜ਼ਿਆਦਾ ਨਾਰਥ ਈਸਟ ਦਿੱਲੀ ਚ ਸਭ ਤੋਂ ਜ਼ਿਆਦਾ ਵੋਟਿੰਗ ਹੋਈ ਹੈ। ਪਿਛਲੇ ਵਾਰ ਜਿਹੜਾ 2020 ਚ ਜਿਹੜਾ ਚੋਣ ਹੋਇਆ ਸੀ ਉਦੋਂ ਤੋਂ ਉਸ ਤੋਂ ਤਕਰੀਬਨ 2.25% ਜਿਹੜੀ ਵੋਟਿੰਗ ਹੈ ਉਹ ਘੱਟ ਹੋਈ ਹੈ ਇਸ ਵਾਰ। ਤੇ 2015 ਤੋਂ 7.25% ਜਿਹੜੀ ਉਹ ਵੋਟਿੰਗ ਹੈ ਉਹ ਘੱਟ ਹੋਈ ਹੈ। ਤੇ ਇਹ ਹੈਗਾ ਮੋਟਾ ਸੈਂਟਰਲ ਦਿੱਲੀ ਚ 59% ਹੈ, ਇਸ ਦਿੱਲੀ ਚ 62% ਹੈ। ਜਿਹੜੀ ਨਿਊ ਦਿੱਲੀ ਹੈ, ਲੁਟੀਨ ਦਿੱਲੀ ਕਿਹਾ ਜਾਂਦਾ, ਉੱਥੇ ਵੀ ਖਾਸੀ ਘੱਟ ਹੈ, ਉੱਥੇ 57% ਹੈ। ਨਾਰਥ ਦਿੱਲੀ ਚ 59, ਨਾਰਥ ਈਸਟ ਦਿੱਲੀ ਚ ਸਭ ਤੋਂ ਜ਼ਿਆਦਾ 66% ਹੈਗੀ ਆ ਤੇ ਨਾਰਥ ਵੈਸਟ ਚ 60% ਹੈਗੀ ਆ, ਸਭ ਤੋਂ ਘੱਟ ਸਾਊਥ ਈਸਟ ਦਿੱਲੀ 57% ਹੈ। ਤੇ ਇਹ ਵੋਟਿੰਗ ਪਰਸੈਂਟ ਹੈਗਾ। ਉਸ ਤੋਂ ਇਲਾਵਾ 2 ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਮਿਲਕੀਪੁਰ ਜਿਹੜੀ ਅਯੋਧਿਆ ਦੀ ਸੀਟ ਸੀਗੀ, ਉੱਥੇ ਇੱਕ ਬਾਈ ਇਲੈਕਸ਼ਨ ਸੀਗਾ ਤੇ ਦੂਜਾ ਤਮਿਲਨਾਡੂ ਦੀ ਰੋਡ ਈਸਟ ਸੀਟ ਚ ਬਾਈ ਇਲੈਕਸ਼ਨ ਸੀਗਾ। ਤੇ ਮਿਲਕੀਪੁਰ ਚ ਵੀ ਖਾਸਾ ਜਿਹੜੀ ਅਯੋਧਿਆ ਤੋਂ ਆਪਾਂ ਨੂੰ ਫੇਮਸ ਡਾਇਲੌਗ ਤਾਂ ਪਤਾ ਹੀ ਹੋਗਾ ਅਖਿਲੇਸ਼ ਯਾਦਵ ਦਾ ਕਿ ਲੋਕ ਸਭਾ ਤੇ ਅਯੋਧਿਆ ਦੀ ਸੀਟ ਵੀ ਹਾਰ ਗਏ। ਤੇ ਉੱਥੋਂ ਜਿਹੜਾ ਇੱਕ ਚੋਣ ਉੱਥੇ ਸੀਗਾ ਅਵਧੇਸ਼ ਪ੍ਰਸਾਦ ਜਿਹੜਾ ਉੱਥੇ ਐਮਪੀ ਜਿੱਤ ਕੇ ਆਇਆ ਹੈ ਸਮਾਜਵਾਦੀ ਪਾਰਟੀ ਦਾ, ਉਹਦੀ ਥਾਂ ਐਮਐਲਏ ਹੁੰਦਾ ਸੀਗਾ ਪਹਿਲਾਂ ਮਿਲਕੀਪੁਰ, ਉਹਦੀ ਥਾਂ ਤੇ ਉਹਦੇ ਮੁੰਡੇ ਨੂੰ ਟਿਕਟ ਦਿੱਤੀ ਗਈ ਸੀ। ਪਰ ਸਮਾਜਵਾਦੀ ਪਾਰਟੀ ਨੇ ਉੱਥੇ ਗੰਭੀਰ ਆਰੋਪ ਲਗਾਏ ਨੇ ਕਿ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹਨੇ ਸ਼ਰੇਆਮ ਬੀਜੇਪੀ ਦੀ ਮਦਦ ਕੀਤੀ ਹੈ। ਇੱਥੇ ਤੱਕ ਜਿਹੜਾ ਅਖਿਲੇਸ਼ ਯਾਦਵ ਉਹਨੇ ਤਾਂ ਆਪਣੀ ਪ੍ਰੈਸ ਕਾਨਫਰੰਸ ਚ ਅਫਸਰਾਂ ਦੀ ਜਾਤਾਂ ਤੱਕ ਦੱਸੀਆਂ ਨੇ ਕਿ ਉੱਥੇ ਸਾਰੇ ਬਾਹਮਣ ਠੱਕਰ ਲਾ ਦਿੱਤੇ ਗਏ ਤੇ ਉਹਨਾਂ ਨੇ ਜਿਹੜੇ ਉਹ ਸੀਟ ਹੈ ਉਹ ਬਹੁਤ ਯਾਨੀ ਕਿ ਓਬੀਸੀ ਪਲੱਸ ਦਲਿਤ ਸਮੀਕਰਨ ਮੁਸਲਮਾਨ ਸਮੀਕਰਨ ਵਾਲੀ ਸੀਟ ਹੈਗੀ ਆ ਤੇ ਉੱਥੇ ਬਹੁਤ ਜਣਾਂ ਨੂੰ ਓਬੀਸੀਜ਼ ਨੂੰ, ਦਲਿਤਾਂ ਨੂੰ ਤੇ ਮੁਸਲਮਾਨ ਨੂੰ ਦਬਾਇਆ ਗਿਆ ਹੈਗਾ। ਤੇ ਇਹ ਕਾਫੀ ਮਿਲਕੀਪੁਰ ਦਾ ਤੁਸੀਂ ਜੇ ਗੂਗਲ ਤੇ ਸਰਚ ਕਰਕੇ ਦੇਖੋਗੇ ਤਾਂ ਖਾਸਾ ਵੱਡਾ ਇਸ਼ੂ ਬਣਿਆ ਹੋਇਆ ਇਸ ਬਾਈ ਇਲੈਕਸ਼ਨ।
ਜੀ, ਸੋ ਸਾਰਾ ਇਲਜ਼ਾਮਬਾਜ਼ੀ ਹੋ ਰਹੀ ਹੈ ਤੇ ਦਿਨ ਵਿੱਚ ਸ਼ਾਇਦ ਕੱਲ ਦਾ ਹੀ ਬਾਕੀ ਹੈ 7 ਤਰੀਕ ਤੇ 8 ਤਰੀਕ ਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ। ਜਿੱਦਾਂ ਕੱਲ ਗੱਲ ਕੀਤੀ ਸੀ ਆਪਾਂ ਕਿ ਹਾਲੇ ਤੱਕ ਮੁਰਾਲ ਅੱਪ ਰੱਖਣ ਦੀ ਕੋਸ਼ਿਸ਼ ਹੋਊਗੀ, ਹਰੇਕ ਇਲਜ਼ਾਮ ਤਰਾਸ਼ੀ ਪੂਰੀ ਕੀਤੀ ਜਾਊਗੀ। ਜਿਵੇਂ ਤੁਸੀਂ ਦੱਸਿਆ ਕਿ ਆਫਰਾਂ ਦੀ ਗੱਲ ਚੱਲ ਰਹੀ ਹੈ, ਉਹ ਵੀ ਆਫਰ ਬਹੁਤ ਆਉਣਗੇ। ਆਫਰ ਤਾਂ ਚਲੋ ਬਾਅਦ ਚੋਂ ਵੀ ਸ਼ਾਇਦ ਤੇਜ਼ੀ ਹੋ ਜਾਂਦੀ ਹੁੰਦੀ ਹੈ, ਕਈ ਵਾਰ ਅਸੀਂ ਜਾਣਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਸੇ ਖਾਸ ਪਾਰਟੀ ਦਾ ਨਾਂ ਨਹੀਂ ਲੈਂਦੇ ਆਪਾਂ, ਪਰ ਜ਼ੋਰ ਅਜ਼ਮਾਇਸ਼ ਤਾਂ ਤੁਸੀਂ ਜਾਣਦੇ ਹੋ ਕਿ ਕਿਸ ਤਰੀਕੇ ਨਾਲ ਲੱਗਦੀ ਹੈ। ਕਈ ਵਾਰ ਇੰਨੀਆਂ ਸੀਟਾਂ ਹੁੰਦੀਆਂ ਵੀ ਨਹੀਂ ਗੀਆਂ, ਪਰ ਪਤਾ ਉਦੋਂ ਲੱਗਦਾ ਜਦੋਂ ਉਹਨਾਂ ਦਾ ਮੁੱਖ ਮੰਤਰੀ ਉਸ ਕੁਰਸੀ ਤੇ ਬੈਠ ਜਾਂਦਾ ਹੈ। ਕਈ ਵਾਰ ਤਾਂ ਇਹ ਹੁੰਦਾ ਰਾਜਸਥਾਨ ਵਰਗੀ ਸਟੇਟ ਦੇ ਵਿੱਚ ਕਿ ਬੀਬੀ ਦਾ ਮੂੰਹ ਹੀ ਉੜ ਜਾਂਦਾ ਵੀ ਭਾਈ ਆਹ ਕੀ ਹੋ ਗਿਆ, ਮੇਰੇ ਕੋਲ ਬੈਠੇ ਮੈਨੂੰ ਪਰਚੀ ਫੜਾ ਕੇ ਕੀ ਕਹੀ ਜਾਂਦੇ ਨੇ। ਤੁਸੀਂ ਜਾਣਦੇ ਹੋ ਸਾਰੀਆਂ ਚੀਜ਼ਾਂ ਨਾ, ਕਿਵੇਂ ਮੁੜ ਕੇ ਫਿਰ ਉੱਥੇ ਇੱਕ ਆਪਣਾ ਸ਼ਕਤੀਸ਼ਾਲੀ ਜਾਂ ਇੱਕ ਬਾਹੂਬਲੀ ਜਾਂ ਨੇਤਾ ਭੇਜਿਆ ਜਾਂਦਾ, ਉਹਦੇ ਹੱਥ ਹੀ ਸਾਰਾ ਕੁਝ ਹੁੰਦਾ, ਉਹ ਪਰਚੀ ਫੜਾ ਦਿੰਦਾ, ਕਹਿੰਦਾ ਲੈ ਭਾਈ ਤੂੰ ਪਾਸੇ ਬਹਿ ਜਾ, ਸਾਡਾ ਆ ਮੁੱਖ ਮੰਤਰੀ ਬਣਨਾ। ਐਵੇਂ ਹੀ ਹੁੰਦਾ ਨਾ ਜੀ? ਜੀ ਬਿਲਕੁਲ ਨਹੀਂ ਹੁੰਦਾ। ਇੱਕ ਇਹ ਲਾ ਲਓ ਕਿ ਇਹਨਾਂ ਦਾ ਪੂਰਾ ਕੋਈ ਸੌਦਾ ਹੀ ਇਸ ਕਿਸਮ ਦਾ ਬਣ ਗਿਆ, ਬੀਜੇਪੀ ਦਾ ਪੂਰਾ ਜਿਹੜਾ ਆਪਾਂ ਕਹੀਏ ਕਿ ਸਿਸਟਮ ਹੀ ਏਦਾਂ ਦਾ ਬਣ ਗਿਆ ਕਿ ਇਹਨਾਂ ਨੇ ਜੀ ਜੀ ਜਿਹੜੇ ਡਮੀ ਹੁੰਦੇ ਹੈਗੇ ਆ ਕੈਂਡੀਡੇਟ, ਉਹਨਾਂ ਨੂੰ ਇਹ ਮੁੱਖ ਮੰਤਰੀ ਦਾ ਫੇਸ ਬਣਾ ਰਹੇ ਨੇ। ਪਰ ਮੈਨੂੰ ਲੱਗਦਾ ਕਿ ਦਿੱਲੀ ਦੇ ਵਿੱਚ, ਮੈਂ ਕੱਲ ਟਵੀਟ ਵੀ ਕੀਤਾ ਸੀਗਾ, ਜੇ ਦਿੱਲੀ ਵਿੱਚ ਜੇ ਬੀਜੇਪੀ ਦੀ ਸਰਕਾਰ ਬਣਦੀ ਹੈਗੀ ਤਾਂ ਉਹ ਕਿਸੇ ਜਾਟ ਨੂੰ ਸੀਐਮ ਬਣਾਉਣਗੇ। ਉਹਦਾ ਰੀਜ਼ਨ ਇਹ ਹੈ ਜੀ ਕਿ ਉਹ ਪੰਜਾਬ, ਹਰਿਆਣਾ, ਰਾਜਸਥਾਨ, ਵੈਸਟ ਯੂਪੀ, ਇੱਥੋਂ ਦੇ ਜਿਹੜੇ ਜੱਟ ਜਾਟ ਹੈਗੇ ਆ ਉਹਨਾਂ ਨੂੰ ਕੰਪਨਸੇਟ ਕਰਨਾ ਚਾਹੁੰਦੇ ਨੇ ਦਿੱਲੀ ਨਾਲ, ਤੇ ਦਿੱਲੀ 'ਚ ਉਹਨਾਂ ਦਾ ਇੱਕ ਆਗੂ ਖੜਾ ਕਰ ਦੇਣਗੇ ਤੇ ਤਾਂ ਕਿ ਜਿਹੜਾ ਇਹ ਸਾਰੇ ਜੱਟਾਂ 'ਚ ਜਿਹੜਾ ਰੋਹ ਹੈ ਸਰਕਾਰ ਦੇ ਉਲਟ, ਉਹ ਮਾੜਾ ਜਿਹਾ ਸ਼ਾਂਤ ਹੋ ਜੂ, ਉਹ ਠੰਡਾ ਹੋ ਜੂ। ਇਹ ਕਰਨ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਜਿਹੜੇ ਦਿੱਲੀ ਦੇ ਜਾਟ ਹੈਗੇ ਆ ਉਹ ਸੰਘੀ ਨੇ, ਆਰਐਸਐਸ ਨਾਲ ਜੁੜੇ ਹੋਏ ਨੇ, ਆਪਾਂ ਨੂੰ ਇਸ 'ਚ ਕੋਈ ਦੋਰਾ ਹੀ ਨਹੀਂ ਕਹਿਣ 'ਚ। ਤੇ ਮੈਨੂੰ ਲੱਗਦਾ ਕਿ ਸਭ ਤੋਂ ਜਿਹੜਾ ਆਪਾਂ ਕਹੀਏ ਕਿ ਡਿਗਰੇਡਡ ਜਾਟ ਨੇ, ਜੇ ਉਸ ਸੈਂਸ ਨਾਲ ਕਹਿਣਾ ਹੋਵੇ ਕਿ ਕੰਪੈਰੀਜ਼ਨ ਵਾਲੇ ਸੈਂਸ 'ਚ ਕਹਿਣਾ ਹੋਵੇ, ਤਾਂ ਦਿੱਲੀ ਦੇ ਹੀ ਨੇ। ਜੀ ਤੇ ਦਿੱਲੀ 'ਚ ਮੈਂ ਐਕਸਿਸ ਮਾਈ ਇੰਡੀਆ ਦੇ ਪੋਲ ਵੀ ਦੇਖ ਰਿਹਾ ਸੀ, ਉੱਥੇ 50% 60% ਦੇ ਨੇੜੇ ਤੇੜੇ ਜਾਟਾਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਨੇ। ਤੇ ਇੱਥੇ ਮਨਦੀਪ ਜੀ ਮਾਫ ਕਰਨਾ ਤੁਹਾਡੀ ਗੱਲ ਕਰ ਰਹੇ ਹਾਂ, ਇੱਕ ਜਿਗਿਆਸਾ ਦਾ ਸਵਾਲ ਮੇਰੇ ਸਾਹਮਣੇ ਆਇਆ ਕਿ ਜਿਸ ਤਰੀਕੇ ਦੇ ਨਾਲ ਮਾਈਗ੍ਰੇਸ਼ਨ ਦੀ ਗੱਲ ਹੁੰਦੀ ਬਹੁਤ ਵੱਡੇ ਪੱਧਰ ਤੇ, ਦਿੱਲੀ 'ਚ ਵੀ ਮੰਨਿਆ ਜਾਂਦਾ ਹੈ ਕਿ ਜਿਹੜਾ ਨਿਊ ਦਿੱਲੀ ਵਾਲਾ ਪਾਸਾ ਹੈ, ਬਹੁਤ ਗਿਣਤੀ ਉੱਥੇ ਪ੍ਰਵਾਸੀ ਆ ਕੇ ਬੈਠ ਚੁੱਕੇ ਨੇ, ਜਿਹੜੇ ਹੋਰ ਸਟੇਟਾਂ 'ਚੋਂ ਕਹਿ ਲਈਏ ਯੂਪੀ, ਬਿਹਾਰ, ਬਹੁਤ ਵੱਡੀ ਗਿਣਤੀ 'ਚ ਹੈ। ਉਹਨਾਂ ਦੇ ਵੱਲੋਂ ਕਿੰਨਾ ਕੁ ਪ੍ਰਭਾਵਿਤ ਕੀਤਾ ਜਾਂਦਾ ਹੈ ਚੋਣਾਂ ਨੂੰ, ਜਾਂ ਇਸ ਵਾਰ ਕਿੰਨਾ ਕੁ ਅਸਰ ਤੁਸੀਂ ਉਹਨਾਂ ਦੀ ਗਿਣਤੀ ਦਾ ਦੇਖਿਆ, ਉਹਨਾਂ ਦੀ ਵੋਟ ਪਰਸੈਂਟ ਦਾ ਦੇਖਿਆ? ਨਹੀਂ, ਸਹੀ ਕਹਿ ਰਹੇ ਹੋ ਤੁਸੀਂ, ਪ੍ਰਵਾਸੀਆਂ ਦੀ ਇੱਕ ਵੱਡੀ ਗਿਣਤੀ ਹੈਗੀ ਆ, ਤੇ ਵੱਡੀ ਕਿਹਾ ਉਹ ਤਾਂ ਅੱਜ ਕੱਲ ਮੈਜੋਰਟੀ ਨਹੀਂ। ਜਿਹੜੀ ਦਿੱਲੀ ਜਿਹੜਾ ਸ਼ਹਿਰ ਹੈਗਾ ਉਹ ਪ੍ਰਵਾਸੀਆਂ ਦਾ ਹੀ ਸ਼ਹਿਰ ਰਿਹਾ। ਉੱਥੇ ਦੂਰੋਂ ਦੂਰੋਂ ਆ ਕੇ ਲੋਕ ਵਸਦੇ ਰਹੇ ਨੇ। ਜਿਹੜੇ ਉੱਥੋਂ ਦੇ ਮੂਲ ਨਿਵਾਸੀ ਨੇ ਉਹ ਤਾਂ ਜਾਟ, ਗੁੱਜਰ, ਦੋ ਕੌਮਾਂ ਨੇ, ਮਾੜੇ ਮੋਟੇ ਯਾਦਵ ਵੀ ਨੇ, ਪਰ ਜਿਹੜੀ ਦੋ ਵੱਡੀਆਂ ਕੌਮਾਂ ਨੇ ਉਹ ਜਾਟ ਅਤੇ ਗੁੱਜਰ ਨੇ। ਤੇ ਤਕਰੀਬਨ 360 ਪਿੰਡ ਬਣਦੇ ਨੇ ਦਿੱਲੀ ਦੇ ਵਿੱਚ, ਤੇ ਉਹਨਾਂ 360 ਪਿੰਡਾਂ ਤੋਂ ਹੀ ਦਿੱਲੀ ਵਸੀ ਹੋਈ ਹੈ। ਜਿਹੜਾ ਇੰਡੀਆ ਦੀ ਜਿਹੜੀ ਪਾਰਲੀਮੈਂਟ ਹੈ, ਰਾਸ਼ਟਰਪਤੀ ਭਵਨ ਹੋ ਗਿਆ, ਪ੍ਰਧਾਨ ਮੰਤਰੀ ਆਵਾਸ ਹੋ ਗਿਆ, ਇੰਡੀਆ ਗੇਟ ਵਾਲਾ ਜਿਹੜਾ ਇਲਾਕਾ ਹੋ ਗਿਆ, ਉਹ ਇੱਕ ਪਿੰਡ ਹੁੰਦਾ ਸੀਗਾ ਜਾਟਾਂ ਦਾ, ਰਾਏਸੀਨਾ। ਤੇ ਉਹ ਰਾਏਸੀਨਾ ਪਿੰਡ ਦੀ ਜ਼ਮੀਨ ਤੇ ਵਸਿਆ ਹੋਇਆ ਹੈ, ਤੇ ਸਾਰਾ ਦਿੱਲੀ ਹੀ ਜਾਟਾਂ ਦੀ ਜਾਂ ਗੁੱਜਰਾਂ ਦੀ ਜ਼ਮੀਨਾਂ ਤੇ ਵਸਿਆ ਹੋਇਆ ਹੈ। ਪਰ ਅੱਜ ਦੇ ਟਾਈਮ ਉਹਨਾਂ ਮੂਲ ਨਿਵਾਸੀਆਂ ਦੀ ਜਿਹੜੀ ਗਿਣਤੀ ਹੈ ਉਹ ਖਾਸੀ ਘੱਟ ਰਹਿ ਗਈ ਹੈਗੀ ਆ। ਹਾਲਾਂਕਿ ਹਰ ਵਾਰ ਜਿਹੜਾ ਦਿੱਲੀ ਦਿਹਾਤ ਕਰਕੇ ਉਹ ਆਪਣਾ ਏਜੰਡਾ, ਯਾਨੀ ਕਿ ਪੇਂਡੂ ਖੇਤਰ ਹੈ ਦਿੱਲੀ ਦਾ, ਉਹ ਆਪਣਾ ਏਜੰਡਾ ਬਣਾ ਕੇ ਪੇਸ਼ ਕਰਦੇ ਨੇ, ਪਰ ਉਹਨਾਂ ਦਾ ਕੁਝ ਬਣਦਾ ਨਹੀਂ। ਇਸ ਵਾਰ ਤਾਂ ਉਹ ਸਾਰੇ ਬੀਜੇਪੀ ਦੇ ਪੋਸਟ ਬਣੇ ਹੋਏ ਸੀ, ਬੀਜੇਪੀ ਪਿੱਛੇ ਲੱਗੇ ਹੋਏ ਸੀ। ਉਹਨਾਂ ਨੂੰ ਲੱਗ ਰਿਹਾ ਸੀਗਾ ਜੇ ਬੀਜੇਪੀ ਜਿੱਤ ਗਈ ਤਾਂ ਗੁਜਰਾਂ ਤੋਂ ਜੇ ਸੀਐਮ ਬਣਾਉਣਾ ਹੋਇਆ ਤਾਂ ਰਮੇਸ਼ ਪਿੰਦੂੜੀ ਜਿਹੜਾ ਗਾਲਾਂ ਕੱਢਦਾ ਹੈ ਮਾਈਨੋਰਟੀਜ਼ ਨੂੰ, ਉਹਨੂੰ ਬਣਾਉਣਾ, ਜਾਂ ਫਿਰ ਜਾਟਾਂ ਚ ਜੇ ਬਣਾਉਣਾ ਹੋਇਆ ਤਾਂ ਜਿਹੜਾ ਸਾਹਿਬ ਸਿੰਘ ਵਰਮਾ ਦਾ ਮੁੰਡਾ ਹੈ, ਪ੍ਰਵੇਸ਼ ਵਰਮਾ, ਉਹ ਵੀ ਖਾਸਾ ਮੂਰਖ ਹੈਗਾ, ਹਾਲਾਂਕਿ ਉਹਦੇ ਚ ਜਾਟਾਂ ਵਾਲੇ ਗੁਣ ਇੱਕ ਵੀ ਨਹੀਂ, ਉਹਨੂੰ ਸੀਐਮ ਬਣਾਉਣਗੇ। ਤੇ ਇਹ ਲੱਗ ਰਿਹਾ, ਤੇ ਮੈਨੂੰ ਵੀ ਲੱਗ ਰਿਹਾ ਕਿ ਦਿੱਲੀ ਚ ਕਿਤੇ ਨਾ ਕਿਤੇ ਬੀਜੇਪੀ ਜਾਟਾਂ ਨੂੰ ਸੀਐਮ ਬਣਾਊਗੀ, ਤੇ ਜਾਂ ਫਿਰ ਗੁੱਜਰ ਨੂੰ ਬਣਾਊਗੀ। ਉੱਥੇ ਉਹ ਇਸ ਵਾਰ ਕਿਸੇ ਉੱਥੋਂ ਦੇ ਦਿੱਲੀ ਦੇ ਮੂਲ ਨਿਵਾਸੀ ਜਿਹੜੀ ਕਾਸਟ ਹੈਗੀ ਜਾਟ ਜਾਂ ਗੁੱਜਰ, ਇਹਨਾਂ ਤੋਂ ਹੀ ਬਣਾਊਗੀ। ਹਾਲਾਂਕਿ ਜਿਹੜੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮਾਈਗ੍ਰੈਂਟਸ ਦੀ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਉਹ ਜ਼ਿਆਦਾਤਰ ਜਿਹੜੇ ਹੈਗੇ ਉਹ ਝੁੱਗੀਆਂ ਚ ਨੇ, ਕੱਚੀ ਬਸਤੀਆਂ ਚ ਨੇ। ਦਿੱਲੀ ਦਾ 76% ਜਿਹੜੀ ਦਿੱਲੀ ਹੈ ਉਹ ਅਨਆਰਗਨਾਈਜ਼ਡ ਹੈਗੀ ਆ, ਅਨਪਲੈਨਡ ਦਿੱਲੀ ਹੈ। ਮਤਲਬ ਕਿਤੇ ਛੋਟੀਆਂ ਛੋਟੀਆਂ ਬਸਤੀਆਂ ਨੇ, ਕਿਤੇ ਕੁਛ ਨੇ। ਸਿਰਫ ਜਿਹੜੀ 24% ਦਿੱਲੀ ਹੈ ਉਹ ਵੀ ਪਲੈਨਡ ਤਰੀਕੇ ਨਾਲ ਵਸੀ ਹੋਈ ਹੈ। ਇਹ ਦਿੱਲੀ ਦੀ ਤਰਾਸਦੀ ਵੀ ਤਾਂ ਹੀ ਆਪਾਂ ਨੂੰ ਦਿੱਲੀ 'ਚ ਬਹੁਤ ਜ਼ਿਆਦਾ ਜਾਮ ਤੋਂ ਲੈ ਕੇ, ਪੋਲਿਊਸ਼ਨ ਤੋਂ ਲੈ ਕੇ, ਜਿਹੜੀਆਂ ਤਮਾਮ ਵੀਡੀਓਜ਼ ਤੁਸੀਂ
ਦੇਖਦੇ ਹੋਵੋਗੇ ਅਨਆਰਗਨਾਈਜ਼ਡ ਹੋਣ ਦੀ ਉਹ ਤੁਹਾਨੂੰ ਦੇਖਣ ਨੂੰ ਮਿਲਦੀਆਂ ਨੇ। ਤੇ ਮੈਨੂੰ ਲੱਗਦਾ ਕਿ ਬਸਤੀਆਂ 'ਚ, ਛੋਟੀ ਬਸਤੀਆਂ 'ਚ ਤੇ ਕਲੋਨੀਆਂ 'ਚ ਅਰਵਿੰਦ ਕੇਜਰੀਵਾਲ ਹੋਣਾ ਨੂੰ ਠੀਕ-ਠਾਕ ਵੋਟ ਮਿਲੂਗਾ। ਇਹ ਮੇਰਾ ਮੰਨਣਾ। ਜਿਹੜੇ ਅਪਰ ਕਾਸਟ ਵੋਟ ਹੈ, ਉਹ ਕਿਤੇ ਨਾ ਜੀ ਕਿਤੇ ਬੀਜੇਪੀ ਨੂੰ ਮਿਲੂਗਾ। ਤੇ ਜਿਵੇਂ ਇਸ ਹਿਸਾਬ ਨਾਲ ਬਜਟ 'ਚ ਟੈਕਸ ਰਿਬੇਟ ਕੀਤੇ ਗਏ ਨੇ ਇਨਕਮ ਟੈਕਸ ਤੇ, ਉਹ ਉਸ ਕਰਕੇ ਜਿਹੜਾ ਮਿਡਲ ਕਲਾਸ ਸੈਕਸ਼ਨ ਦਾ ਵੋਟ ਹੈ ਤੇ ਅਪਰ ਕਾਸਟ ਦਾ ਜਿਹੜਾ ਵੋਟ ਹੈ, ਉਹ ਬੀਜੇਪੀ ਨੂੰ ਮਿਲ ਜਾਂਦਾ ਹੋਇਆ ਦਿਖ ਰਿਹਾ ਹੈ। ਬਾਕੀ ਇੱਕ ਦਿਨ ਵਿਚਾਲੇ ਹੈ, 8 ਤਰੀਕ ਨੂੰ ਰਿਜ਼ਲਟ ਆ ਜਾਣਗੇ। ਕਾਂਗਰਸ ਬਾਰੇ ਗੱਲ ਕਰਨਾ ਭੁੱਲ ਗਏ। ਜਿਹੜੇ ਦਿੱਲੀ ਦੀ ਸੀਐਮ ਹੁੰਦੀ ਸੀ ਸ਼ੀਲਾ ਦੀਕਸ਼ਿਤ, ਉਹਨਾਂ ਦਾ ਮੁੰਡਾ ਸੰਦੀਪ ਦੀਕਸ਼ਿਤ, ਉਹ ਵੀ ਚੋਣ ਲੜ ਰਿਹਾ ਹੈ ਅਰਵਿੰਦ ਕੇਜਰੀਵਾਲ ਹੋਣਾ ਦੇ ਉਲਟ। ਤੇ ਪ੍ਰਵੇਸ਼ ਵਰਮਾ ਬੀਜੇਪੀ ਦੇ ਪ੍ਰਵੇਸ਼ ਵਰਮਾ ਦੇ ਨਿਊ ਦਿੱਲੀ ਉਸਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਪਾਰਟੀ ਨੂੰ 17 ਤੋਂ 18% ਵੋਟਾਂ ਪੈਣਗੀਆਂ। ਜੀ 10% ਦਾ ਇੰਨਾ ਵਧੂਗਾ, ਪਰ ਮੈਨੂੰ ਲੱਗਦਾ ਕਿ ਕਾਂਗਰਸ 2-3% ਹੀ ਵਧੂਗੀ ਤੇ 6-7% ਵੋਟਾਂ ਕਾਂਗਰਸ ਨੂੰ ਇਹਨਾਂ ਚੋਣਾਂ 'ਚ ਆਉਣਗੀਆਂ। ਇਹ ਮੇਰਾ ਅੰਦਾਜ਼ਾ। ਜੀ, ਸੋ ਬਾਕੀ ਦਿਨ ਇੱਕ ਰਹਿ ਗਿਆ ਹੈ। ਹੁਣ ਦੇਖ ਲਓ ਕੌਣ ਬਣਦਾ ਹੈ, ਜਾਟ ਬਣਾਉਂਦੇ ਨੇ ਜਾਂ ਫਿਰ ਕਿਸੇ ਹੋਰ ਨੂੰ ਬਣਾਉਂਦੇ ਨੇ, ਤਾਂ ਸਾਫ਼ ਹੋ ਜਾਊਗਾ। ਪਹਿਲਾਂ ਜਿੱਤਣਾ ਜ਼ਰੂਰੀ ਹੈ, ਮੈਜੋਰਿਟੀ ਆਉਣੀ ਜ਼ਰੂਰੀ ਹੈ। ਉਹ ਦੇਖਦੇ ਕਿਵੇਂ ਹੁੰਦਾ ਹੈ। ਸੋ ਮਨਦੀਪ ਜੀ, ਤੁਸੀਂ ਸਾਰੀਆਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਇਹ ਸਨ ਜੀ ਸਾਡੇ ਨਾਲ ਮਨਦੀਪ ਪੁਨੀਆ, ਜਿਨ੍ਹਾਂ ਨੇ ਨੈਸ਼ਨਲ ਖਬਰਾਂ ਦਾ ਵੇਰਵਾ ਤੁਹਾਡੇ ਸਾਹਮਣੇ ਰੱਖਿਆ ਕਿ ਕੀ ਕੁਝ ਚੱਲ ਰਿਹਾ ਹੈ ਤੇ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਕਿਹੋ ਜਿਹੀ ਸਥਿਤੀ ਹੈ, ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਕਿਵੇਂ ਦੇਖਿਆ ਜਾ ਰਿਹਾ ਹੈ, ਕਿਵੇਂ ਖਰੀਦਣ ਦੀਆਂ ਗੱਲਾਂ ਸੰਸਦ ਦੇ ਵੱਲੋਂ ਕੀਤੀਆਂ ਗਈਆਂ ਨੇ ਕਿ ਸਾਡੇ ਬੰਦਿਆਂ ਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਹੈ। ਸੋ ਸਾਰੀਆਂ ਖਬਰਾਂ ਦੇ ਬਾਰੇ ਤੁਹਾਡਾ ਕੀ ਵਿਚਾਰ, ਰਾਏ, ਟਿੱਪਣੀ ਹੈ, ਤੁਸੀਂ ਸਾਡੇ ਸੋਸ਼ਲ ਮੀਡੀਆ ਤੇ ਜਾ ਕੇ ਆਪਣੇ ਕਮੈਂਟ ਲਿਖ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ, ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ।